ਵਾਹਿਗੁਰੂ ਜੀ ਕੀ ਫਤਿਹ। चैनल 768 देख रहे सब दर्शक हाजरीन ते नाजरीन, वेलकम, स्वागतम, खुश आमदीद। जियानू सदक्यानू मैवारी मैं बलिहार साल 2022 अप्रैल महीने की 15 तरीक ते देसी महीना वैसाख आज सुख नाल एक दिन चला गया है। प्रोग्राम वॉइस ऑफ यॉर्कशायर लैके हाजिर तुहाडा अपना प्रेजेंटर दोस्त मास्टर ਵਰਿੰਦਰ ਸਿੰਘ ਜ਼ਖਮੀ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਰਣੀय ਨਮਸਕਾਰ, ਸਲਾਮ ਆਦਾਬ ਐਂਡ ਵੈਰੀ ਗੁੱਡ ਫਰਾਈਡੇ ਮਾਰਨਿੰਗ ਟੂ ਐਵਰੀ ਵਨ ਆਫ ਯੂ। ਸਤਲੁਜ, ਬਿਆਸ, ਰਾਵੀ, ਚਿਨਾਹ ਤੇ ਜਿਹਲਮ ਦੇ ਵਸਨੀਕ, ਬਹਾਦਰ ਯੋਧੇ, ਸੰਤ, ਸਿਪਾਹੀ ਤੇ ਭਜਨੀਕ, ਕੁੱਲ ਆਲਮ ਦੇ ਪੰਜਾਬੀਆਂ ਨੂੰ ਇੱਕ ਵਾਰੀ ਫਿਰ ਸਿੱਖ ਚੈਨਲ ਤੇ ਜੀਆਂ ਕਹਿੰਦਿਆਂ ਮੈਨੂੰ ਬੇਹੱਦ ਖੁਸ਼ੀ ਅਤੇ ਪ੍ਰਸੰਨਤਾ ਦਾ ਅਹਿਸਾਸ ਹੋ ਰਿਹਾ ਜੀ। ਆਓ ਜੀ ਫਿਰ ਆਪਣਾ ਪਰਿਵਾਰਿਕ ਪ੍ਰੋਗਰਾਮ ਸ਼ੁਰੂ ਕਰੀਏ। ਮੇਰੇ ਸੰਗੀ ਬੀਬੀ ਸੁਰਿੰਦਰ ਕੌਰ ਜੀ ਗਿੱਲ ਅਤੇ ਕੈਮਰੇ ਤੇ ਸੇਵਾ ਨਿਭਾ ਰਹੇ ਸੁਣਵੀਰ ਕੁਲਵਿੰਦਰ ਸਿੰਘ ਜੀ ਲਾਲੀ ਸਾਹਿਬ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਬਜੈਕਟ, ਅੱਜ ਦਾ ਵਿਸ਼ਾ, ਅੱਜ ਦਾ ਮਜ਼ਮੂਨ ਸਾਰੀ ਦੁਨੀਆ ਜਾਣਦੀ ਹੈ ਕਿ ਵੈਸਾਖੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ। ਕੱਲ ਇੱਥੋਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਹੋਰਾਂ ਨੇ ਵੀ ਮੈਸੇਜ ਭੇਜਿਆ ਸੀਗਾ, ਹਰੇਕ ਮੋਬਾਈਲ ਤੇ ਮੈਸੇਜ ਉਹ ਆਇਆ ਔਰ ਸਾਰੀ ਦੁਨੀਆ ਵਿੱਚ ਇਹ ਖਬਰ ਗਈ ਕਿ ਸਿੱਖ ਕੌਮ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਭਾਈ ਵਾਹ, ਦੁਨੀਆ ਦੀ ਹੋਰ ਕੋਈ ਵੀ ਕੌਮ ਆਪਣਾ ਜਨਮ ਦਿਨ ਨਹੀਂ ਮਨਾਉਂਦੀ। ਸਿਰਫ ਅਤੇ ਸਿਰਫ ਸਿੱਖ ਕੌਮ ਨੂੰ ਇਹ ਸ਼ਰਫ ਹਾਸਿਲ ਹੈ ਕਿ ਉਹ ਆਪਣਾ ਜਨਮ ਦਿਨ ਮਨਾਉਂਦੀ ਹੈ। ਤੇ ਆਓ ਜੀ ਫਿਰ ਆਪਾਂ ਸ਼ੁਰੂਆਤ ਕਰੀਏ ਪ੍ਰੋਗਰਾਮ ਦੀ। ਸੰਸਕ੍ਰਿਤ ਬੋਲੀ ਦਾ ਸ਼ਬਦ ਹੈ ਵੈਸ਼ਾਖ ਔਰ ਪੰਜਾਬੀ ਵਿੱਚ ਆ ਕੇ ਹੋ ਗਿਆ ਵੈਸਾਖ। ਗੁਰੂ ਸਾਹਿਬ ਨੇ ਸਾਨੂੰ ਇਹ ਸ਼ਬਦ ਲਿਖਤੀ ਰੂਪ ਵਿੱਚ ਦਿੱਤਾ ਹੈ, ਵੈਸਾਖ ਧੀਰਨ ਕਿਉਂ ਵਾਢੀਆ। ਕੱਲ ਸੰਗਰਾਂਦ ਸੀ। ਕਦੇ ਕਦੇ ਇਹ ਸ਼ਬਦ ਜਦੋਂ ਲੋਕ ਸਹੀ ਨਹੀਂ ਬੋਲਦੇ ਤਾਂ ਮੈਨੂੰ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਹੈ। ਕੁਝ ਲੋਕ ਇਹਨੂੰ ਵਿਸਾਖੀ ਕਹਿ ਰਹੇ ਆ, ਕੁਝ ਬੈਸਾਖੀ ਕਹਿ ਰਹੇ ਆ। ਵਿਸਾਖੀ ਸ਼ਬਦ ਤਾਂ ਬਿਲਕੁਲ ਸਲੈਂਗ ਹੋ ਜਾਂਦਾ, ਜਿਹਦਾ ਮਤਲਬ ਬਣਦਾ ਨਹੀਂ, ਮਹੀਨੇ ਦਾ ਨਾਂ ਨਹੀਂ ਬਣਦਾ ਘੱਟੋ ਘੱਟ। ਬਸੀ ਤਾਂ ਉਹਦੇ ਜਿਹੜੇ ਆਸਰੇ ਬੰਦਾ ਜਿਹੜਾ ਤੁਰ ਨਹੀਂ ਸਕਦਾ, ਉਹਦੇ ਆਸਰੇ ਨਾਲ ਤੁਰਦਾ, ਉਹ ਵਿਸਾਖੀ ਹੁੰਦੀ। ਲੇਕਿਨ ਸਾਡਾ ਸ਼ਬਦ ਹੈ ਵੈਸਾਖ ਜਾਂ ਫਿਰ ਵੈਸਾਖੀ। ਸਭ ਤੋਂ ਪਹਿਲਾਂ ਆਓ ਵਧਾਈਆਂ ਸਾਂਝੀਆਂ ਕਰ ਲਈਏ ਸਿੱਖ ਚੈਨਲ ਦੇ ਸਰਦਾਰ ਦਵਿੰਦਰ ਸਿੰਘ ਜੀ ਬਾਦਲ ਤੇ ਸਾਰੀ ਸ਼ਾਨਦਾਰ ਟੀਮ ਵੱਲੋਂ। ਸਾਰੀ ਦੁਨੀਆ ਵਿੱਚ ਵਸਦੇ ਗੁਰਸਿੱਖਾਂ, ਪੰਜਾਬੀਆਂ ਤੇ ਨਾਨਕ ਨਾਮ ਲੇਵਾ ਬਜ਼ੁਰਗਾਂ, ਮਾਵਾਂ, ਭੈਣਾਂ, ਧੀਆਂ, ਸਾਰਿਆਂ ਵੱਲੋਂ ਸਾਰਿਆਂ ਨੂੰ ਬਰਥ ਆਫ ਖਾਲਸਾ, ਖਾਲਸਾ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ। ਇਹ 323ਵਾਂ ਪਾਵਨ ਜਨਮ ਦਿਹਾੜਾ ਹੈ ਖਾਲਸਾ ਜੀ ਦਾ, 323ਵਾਂ। ਇਸ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਤੇ ਕਰੋੜ ਕਰੋੜ ਮੁਬਾਰਕਾਂ। ਮੇਰੇ ਕੰਮ ਤੇ ਕਿਸੇ ਬੀਬੀ ਜੀ ਨੇ ਪੁੱਛਿਆ ਸੀ ਕਿ ਇਹ ਵਿਸਾਖੀ ਦਾ ਜੋੜ ਮੇਲਾ ਸ਼ੁਰੂ ਕਦੋਂ ਹੋਇਆ ਸੀ। ਮੈਂ ਇਤਿਹਾਸ ਨੂੰ ਪੁੱਛਿਆ, ਸਿੱਖ ਇਤਿਹਾਸ ਨੇ ਜਵਾਬ ਦਿੱਤਾ, ਜੀ ਵੈਸਾਖੀ ਦਾ ਜੋੜ ਮੇਲਾ ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੂ ਪਰਮਹੰਸ ਜੀ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਦੇ ਨਾਲ ਸ਼ੁਰੂ ਕੀਤਾ ਸੀ। ਬੇਸ਼ੱਕ ਵੈਸਾਖੀ ਪਹਿਲਾਂ ਮਨਾਈ ਜਾਂਦੀ ਸੀ, ਲੇਕਿਨ ਸਿੱਖ ਧਰਮ ਦੇ ਵਿੱਚ ਵੈਸਾਖੀ ਜੋੜ ਮੇਲੇ ਦੀ ਸ਼ੁਰੂਆਤ ਹੁੰਦੀ ਹੈ ਸ੍ਰੀ ਗੁਰੂ ਅਮਰਦਾਸ ਜੀ ਦੇ ਸਿੱਖ ਭਾਈ ਪਾਰੂ ਪਰਮਹੰਸ ਜੀ ਦੇ ਰਾਹੀਂ, ਜੋ ਅੱਜ ਤੱਕ ਚੱਲਦੀ ਆ ਰਹੀ ਹੈ। ਦੁਨੀਆ ਜਾਣਦੀ ਹੈ ਖਾਲਸਾ ਜੀ ਦਾ ਜਨਮ ਦਿਨ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। 1699 ਈਸਵੀ ਨੂੰ ਇਹ ਵੈਸਾਖੀ ਦਾ ਵਿਸ਼ੇਸ਼ ਪ੍ਰੋਗਰਾਮ, ਖਾਸ ਪ੍ਰੋਗਰਾਮ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਗਤਾਂ ਨੂੰ ਚਿੱਠੀਆਂ ਪਾ ਕੇ, ਸੁਨੇਹੇ ਭੇਜ ਕੇ ਇਹ ਦਿਨ ਮਨਾਉਣ ਵਾਸਤੇ ਆਗਿਆ ਕੀਤੀ ਸੀ। ਤਾਂ ਫਿਰ ਕਮਾਲ ਹੋ ਗਈ, 80,000 ਦਾ ਇਕੱਠ ਹੋਇਆ ਔਰ ਉੱਥੇ 80,000 ਦੇ ਇਕੱਠ ਵਿੱਚੋਂ ਇਸ ਵੈਸਾਖੀ ਨੂੰ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਜਿਵੇਂ ਆਪ ਅਲੌਕਿਕ ਸ਼ਖਸੀਅਤ ਸਨ, ਉਸੇ ਤਰ੍ਹਾਂ ਵੈਸਾਖੀ ਨੂੰ ਵੀ ਅਲੌਕਿਕ ਬਣਾ ਦਿੱਤਾ। ਇਹੋ ਜਿਹਾ ਰੰਗ ਭਰਿਆ ਵੈਸਾਖੀ ਦੇ ਵਿੱਚ ਕਿ ਸਾਰੀ ਦੁਨੀਆ ਹੈਰਾਨ ਹੋ ਗਈ। ਦਰਅਸਲ ਹੋਇਆ ਇਹੋ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਪਹਿਲੇ 9 ਗੁਰੂ ਸਾਹਿਬਾਨ ਚਰਨ ਅੰਮ੍ਰਿਤ ਦਿਆ ਕਰਦੇ ਸੀ ਆਪਣੇ ਸੇਵਕਾਂ ਨੂੰ, ਸਿੱਖਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵੀਂ ਰੀਤ ਚਲਾਈ, ਇੱਕ ਨਵੀਂ ਪ੍ਰਥਾ, ਇੱਕ ਨਵੀਂ ਪਰੰਪਰਾ, ਇੱਕ ਨਵੀਂ ਰਵਾਇਤ ਯਾਨੀ ਟ੍ਰੈਡੀਸ਼ਨ ਬਦਲ ਦਿੱਤੀ। ਇਹ ਟ੍ਰੈਡੀਸ਼ਨ ਸੀ ਚਰਨ ਅੰਮ੍ਰਿਤ ਤੋਂ ਖੰਡੇ ਬਾਟੇ ਦੀ ਪਹੁਲ ਤਿਆਰ ਕੀਤੀ। ਬਹੁਤ ਹੀ ਰੌਚਕ ਹੈ ਇਹ ਤਰੀਕਾ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤਾਂ ਉਹ ਵੇਲਾ ਜਿਹੜੇ ਬੰਦੇ ਅੰਮ੍ਰਿਤ ਛਕਦੇ ਹਨ ਜਾਂ ਛਕ ਚੁੱਕੇ ਹਨ, ਉਹਨਾਂ ਦੀ ਅੱਖਾਂ ਦੇ ਮੋਹਰੇ ਇਹ ਸੀਨ ਆ ਗਿਆ ਹੋਵੇਗਾ ਕਿ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਵੇਂ ਅੰਮ੍ਰਿਤ ਛਕਾਇਆ ਹੋਵੇਗਾ। ਤੇ ਅੱਜ ਕੱਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ 5 ਚੁਣੇ ਹੋਏ ਅੰਮ੍ਰਿਤਧਾਰੀ ਸਿੰਘ ਸਰਬਲੋਹ ਦੇ ਬਾਟੇ ਵਿੱਚ ਜਲ ਅਤੇ ਪਤਾਸੇ ਪਾ ਕੇ ਫਿਰ ਵੀਰ ਆਸਣ ਲਗਾ ਕੇ ਖੰਡਾ ਫੇਰਦੇ ਹੋਏ ਇੱਕ ਮਨ ਹੋ ਕੇ 5 ਬਾਣੀਆਂ ਦਾ ਪਾਠ ਕਰਦੇ ਹਨ। ਜਪ, ਜਿਸ ਨੂੰ ਸਤਿਕਾਰ ਨਾਲ ਅਸੀਂ ਜੀ ਕਹਿੰਦੇ ਹਾਂ, ਜਪ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਅਤੇ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਅਖੀਰ ਵਿੱਚ ਅਰਦਾਸ ਕੀਤੀ ਜਾਂਦੀ ਹੈ ਤੇ ਫਿਰ ਅੰਮ੍ਰਿਤ ਛਕਾਇਆ ਜਾਂਦਾ ਹੈ। ਅੰਮ੍ਰਿਤ ਛਕਣ ਵਾਲਾ ਕੇਸੀ ਇਸ਼ਨਾਨ ਕਰਕੇ ਸਾਫ਼ ਸੁਥਰੇ ਨਵੇਂ ਕੱਪੜੇ ਜਾਂ ਸਾਫ਼ ਸੁਥਰੇ ਧੋਤੇ ਕੱਪੜੇ ਪਾ ਕੇ ਸਿੰਘ ਲਿਬਾਸ ਵਿੱਚ ਕਿਰਪਾਨ ਪਹਿਨ ਕੇ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ ਹੈ। ਇਹ ਸੀਨ ਦੇਖਣ ਵਾਲਾ ਹੁੰਦਾ ਹੈ। ਕਮਾਲ ਹੈ। ਇੱਕ ਅਜੀਬ ਜਿਹਾ ਸਰੂਰ ਦਿਮਾਗ ਤੇ ਤਾਰੀ ਹੁੰਦਾ ਹੈ। ਅੰਮ੍ਰਿਤ ਛਕਣ ਵਾਲੇ ਪ੍ਰਾਣੀ ਨੂੰ ਵੀਰ ਆਸਣ ਬਿਠਾ ਕੇ 5 ਚੋਲੇ ਅੰਮ੍ਰਿਤ ਦੇ ਛਕਾਏ ਜਾਂਦੇ ਹਨ। ਹਰੇਕ ਚੋਲੇ ਦੇ ਨਾਲ ਛਕਾਉਣ ਵਾਲਾ ਸਿੰਘ ਕਹਿੰਦਾ ਹੈ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛਕਣ ਵਾਲਾ ਸਿੰਘ ਵੀ ਬੋਲਦਾ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ 5 ਤਰੌਂਕੇ ਨੇਤਰਾਂ ਵਿੱਚ ਛਿੜਕੇ ਜਾਂਦੇ ਹਨ, 5 ਤਰੌਂਕੇ ਕੇਸਾਂ ਵਿੱਚ ਛਿੜਕੇ ਜਾਂਦੇ ਹਨ। ਇੱਕ ਬਾਟੇ ਵਿੱਚ ਜਿਸ ਵਿੱਚ ਅੰਮ੍ਰਿਤ ਛਕਾਇਆ ਗਿਆ ਸੀ, ਉਹ ਬਚਿਆ ਹੋਇਆ ਅੰਮ੍ਰਿਤ ਫਿਰ ਸਾਰੇ ਜਿਗਿਆਸੂ ਜਿਨ੍ਹਾਂ ਨੇ ਮਾਈ ਭਾਈ ਨੇ, ਮੈਂ ਮਾਈ ਭਾਈ ਸ਼ਬਦ ਇਸ ਲਈ ਵਰਤ ਰਿਹਾ ਹਾਂ ਕਿ ਔਰਤਾਂ ਵਾਸਤੇ ਕੋਈ ਵੱਖਰਾ ਸਿਸਟਮ ਨਹੀਂ, ਕੋਈ ਵੱਖਰੀ ਸਰਮਨੀ ਨਹੀਂ। ਜਿਵੇਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ, ਇਸੇ ਤਰ੍ਹਾਂ ਹੀ ਬੀਬੀਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਬਰਾਬਰ ਰੱਖਿਆ ਹੈ, ਬਰਾਬਰ, ਕੋਈ ਫਰਕ ਨਹੀਂ। ਜੇ ਮਰਦ ਨੂੰ ਸਿੰਘ ਦੀ ਪਦਵੀ ਦਿੱਤੀ ਹੈ, ਰੁਤਬਾ ਦਿੱਤਾ ਹੈ, ਤਾਂ ਔਰਤ ਨੂੰ ਕੌਰ ਸ਼ਬਦ ਯਾਨੀ ਸ਼ਹਿਜ਼ਾਦੀ ਯਾਨੀ ਪ੍ਰਿੰਸੈਸ ਕਹਿ ਕੇ ਨਿਵਾਜਿਆ ਹੈ ਹਜ਼ੂਰ ਨੇ। ਫਿਰ ਕੀ ਹੁੰਦਾ ਹੈ, ਬਚਿਆ ਹੋਇਆ ਅੰਮ੍ਰਿਤ ਸਾਰੇ ਮਾਈ ਭਾਈ ਨੂੰ ਬਰਾਬਰ ਵੰਡ ਦਿੱਤਾ ਜਾਂਦਾ ਹੈ। ਫਿਰ ਉਸੇ ਬਾਟੇ ਵਿੱਚ ਜੋ ਦੇਗ ਹੁੰਦੀ ਹੈ, ਉਹ ਸਾਰਿਆਂ ਨੂੰ ਬਰਾਬਰ ਸਾਰਿਆਂ ਨੇ ਉਸੇ ਬਰਤਨ ਵਿੱਚ ਇਕੱਠਿਆਂ ਖਾਣਾ ਹੈ। ਇਹਦੇ ਨਾਲੋਂ ਵਧੀਆ ਬਰਾਬਰੀ ਦੀ ਹੋਰ ਮਿਸਾਲ ਕੀ ਹੋ ਸਕਦੀ। ਇੰਗਲੈਂਡ ਵਿੱਚ ਜਾਂ ਯੂਰਪੀਅਨ ਕੰਟਰੀਜ਼ ਦੇ ਵਿੱਚ ਅਸੀਂ ਬਰਾਬਰੀ ਦੀਆਂ ਗੱਲਾਂ ਕਰਦੇ ਹਾਂ, ਅਸੀਂ ਡੈਮੋਕ੍ਰੇਸੀ ਦੀਆਂ ਗੱਲਾਂ ਕਰਦੇ ਹਾਂ। ਮੈਂ ਕਿਹਾ ਕਰਦਾ, ਡੈਮੋਕ੍ਰੇਸੀ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀਤੀ ਹੈ, ਜਦੋਂ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ, ਜਾਤ ਪਾਤ ਦੇ ਭੇਦ ਮਿਟਾਏ। ਔਰ ਸਭ ਤੋਂ ਵੱਡੀ ਗੱਲ ਡੈਮੋਕ੍ਰੇਸੀ ਦੀ ਕਿ ਆਪ ਅੰਮ੍ਰਿਤ ਦੀ ਦਾਤ ਉਹਨਾਂ 5 ਕੋਲੋਂ ਮੰਗੀ। ਇਉਂ ਕਹ ਲਓ ਕਿ ਸ਼ਕਤੀ ਜਿਹੜੀ ਸੀ ਆਪਣੇ ਤੋਂ ਵੰਡ ਕੇ ਉਹਨਾਂ 5 ਨੂੰ ਦੇ ਦਿੱਤੀ, ਔਰ ਉਹਨਾਂ 5 ਕੋਲੋਂ ਫਿਰ ਸਿਰ ਝੁਕਾ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਹ ਡੈਮੋਕ੍ਰੇਸੀ ਦੀ ਸਭ ਤੋਂ ਵਧੀਆ ਮਿਸਾਲ ਹੈ। ਇੱਕ ਹੋਰ ਡੈਮੋਕ੍ਰੇਸੀ ਦੀ ਮਿਸਾਲ ਮੈਨੂੰ ਲੱਗਦਾ ਹੱਥ ਯਾਦ ਆ ਗਈ, ਯਾਦ ਕਰਾ ਦੇਵਾਂ। ਭਾਈ ਕਨਈਆ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦੇ ਹਨ ਤੇ ਸਿੰਘ ਫੜ ਲਿਆਏ। ਕਹਿੰਦੇ ਜੀ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦਾ। ਗੁਰੂ ਸਾਹਿਬ ਨੇ ਪੁੱਛਿਆ, ਕਿਉਂ ਭਾਈ ਕਨਈਆ, ਮੰਝ ਧਾਰ ਵਿੱਚ ਤੇਰੀ ਨਈਆ। ਕਹਿਣ ਲੱਗਾ, ਮਹਾਰਾਜ ਮੈਨੂੰ ਤਾਂ ਸਾਰਿਆਂ ਵਿੱਚ ਤੁਹਾਡਾ ਹੀ ਰੂਪ ਨਜ਼ਰ ਆਉਂਦਾ ਹੈ। ਹਜ਼ੂਰ ਸਿੰਘਾਸਣ ਤੋਂ ਉੱਠ ਕੇ ਹਿੱਕ ਨਾਲ ਲਾਇਆ, ਕਹਿਣ ਲੱਗੇ, ਧੰਨ ਭਾਈ ਕਨਈਆ, ਧੰਨ ਭਾਈ ਕਨਈਆ। ਇਹ ਸਨ ਗੁਰੂ ਕੇ ਸਿੰਘ। ਇਹ ਅੰਮ੍ਰਿਤ ਦੀ ਸ਼ਕਤੀ ਸੀ ਜਿਸ ਨੇ ਹਰੀ ਸਿੰਘ ਨਲੂਆ ਵਰਗੇ ਸਿੰਘ ਤਿਆਰ ਕੀਤੇ, ਮਹਾਰਾਜਾ ਰਣਜੀਤ ਸਿੰਘ ਵਰਗੇ ਸਿੰਘ ਤਿਆਰ ਕੀਤੇ, ਅਕਾਲੀ ਫੂਲਾ ਸਿੰਘ ਵਰਗੇ ਸਿੰਘ ਤਿਆਰ ਕੀਤੇ। ਇਹ ਅੰਮ੍ਰਿਤ ਦੀ ਸ਼ਕਤੀ ਸੀ
ਜਿਸ ਦੀ ਗੱਲ ਅੱਜ ਪੂਰਾ 1 ਘੰਟਾ ਹੋਵੇਗੀ। ਇਸੇ ਤਰ੍ਹਾਂ ਪ੍ਰੋਗਰਾਮ ਚੱਲਦਾ ਰਹੇਗਾ। ਆਓ ਹੁਣ ਬੀਬੀ ਸੁਰਿੰਦਰ ਕੌਰ ਜੀ ਨੂੰ ਸੁਣਦੇ ਹਾਂ, ਉਹ ਕੀ ਕਹਿੰਦੇ ਹਨ। ਆਓ ਜੀ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਆਪਾਂ ਗੁਰੂ ਦੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹਾਂਜੀ ਹਾਂਜੀ, ਅੱਜ ਆਪਾਂ ਸਾਰੇ ਵੈਸਾਖੀ ਦੀਆਂ ਖਾਲਸੇ ਸਾਜਨਾ ਦਿਵਸ ਦੀਆਂ ਖੁਸ਼ੀਆਂ ਸਾਰਿਆਂ ਨੇ ਲੈਣੀਆਂ ਹਨ, ਜਿਹੜਾ ਕਿ ਸਾਨੂੰ ਸੱਚੇ ਪਿਤਾ ਨੇ ਕਹਿੰਦੇ ਹਨ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪੜੇ। ਗੁਰੂ ਦੀ ਕਿਰਪਾ ਦੇ ਨਾਲ ਹੀ ਸਾਨੂੰ ਇਹ ਜੋ ਸਿੱਖੀ ਸਰਦਾਰੀ ਮਿਲੀ ਹੈ, ਨਹੀਂ ਤਾਂ ਅਸੀਂ ਰੁਲਦੇ ਫਿਰਨਾ ਸੀ। ਕਹਿੰਦੇ ਸਾਡਾ ਕੋਈ ਥਾਂ ਨਹੀਂ ਹੋਣੀ ਸੀ, ਸਾਡਾ ਕੋਈ ਜਿਸ ਤਰ੍ਹਾਂ ਗੁਰੂ ਜਾਂ ਜਗ੍ਹਾ ਨਹੀਂ ਹੋਣੀ ਸੀ। ਸਾਨੂੰ ਇਹ ਜੋ ਸਿੱਖੀ ਬਖਸ਼ੀ ਹੈ ਨਾ, ਸਾਡਾ ਜਿਹੜਾ ਰੂਪ ਸੱਚੇ ਪਾਤਸ਼ਾਹ ਨੂੰ ਬਖਸ਼ਿਆ ਹੈ, ਇੱਕ ਅਨੋਖਾ ਹੀ ਬਖਸ਼ਿਆ ਹੈ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਬੜੇ। ਸੋ ਇਸ ਤਰ੍ਹਾਂ ਕਰਦੇ ਕਰਦੇ, ਜਿਸ ਤਰ੍ਹਾਂ ਕਿ ਭਾਜੀ ਨੇ ਦੱਸਿਆ ਹੈ, ਇਕੱਠ ਹੋ ਗਿਆ ਸੀ ਅਨੰਦਪੁਰ ਸਾਹਿਬ। 80,000 ਲੋਕ ਸੱਚੇ ਪਾਤਸ਼ਾਹ ਨੇ ਸੱਦਾ ਦੇ ਕੇ ਚਿੱਠੀਆਂ ਪਾ ਕੇ ਸੱਦਿਆ ਸੀ ਕਿ ਆਓ ਸਾਰੇ ਇਕੱਠ ਵਿੱਚ ਬੈਠੀਏ। ਤਾਂ ਕਹਿੰਦੇ ਹਨ ਕਿ ਉਹ ਇਕੱਠ ਜਦੋਂ ਦੇਖ ਕੇ ਸੱਚੇ ਪਿਤਾ ਨੇ ਸਾਰਿਆਂ ਵੱਲ ਦੇਖ ਕੇ ਕਹਿੰਦੇ ਹਨ ਕਿ ਇਕੱਠ ਵਿੱਚ ਇੰਨਾ ਜੋਸ਼ ਸੀਗਾ ਕਿ ਗੁਰੂ ਮਹਾਰਾਜ ਜੀ ਨੇ ਆਪਣਾ ਕਹਿੰਦੇ ਹਨ ਕਿ ਜੋ ਇਹ ਜ਼ੁਲਮ ਵਿੱਚ ਉਸ ਵੇਲੇ ਜ਼ੁਲਮ ਚੱਲ ਰਿਹਾ ਸੀ, ਉਸ ਜ਼ੁਲਮ ਨੂੰ ਹਟਾਉਣ ਵਾਸਤੇ ਹੱਥ ਵਿੱਚ ਤਲਵਾਰ ਲੈ ਕੇ ਸਾਰਿਆਂ ਦੇ ਸਾਹਮਣੇ ਅਨੰਦਪੁਰ ਸਾਹਿਬ ਉੱਤੇ ਕੇਸਗੜ੍ਹ ਸਾਹਿਬ ਦੇ ਉੱਤੇ ਉੱਪਰ ਕਿਲੇ ਤੇ ਕਹਿੰਦੇ ਹਨ ਕਿ ਮੈਨੂੰ ਇੱਕ ਸੀਸ ਚਾਹੀਦਾ ਹੈ। ਜਦੋਂ ਇਸ ਤਰ੍ਹਾਂ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਬਲੀਦਾਨ ਚਾਹੀਦਾ ਹੈ, ਜਿਹੜਾ ਆਪਣਾ ਆਪ ਗੁਰੂ ਨੂੰ ਭੇਟਾ ਕਰ ਸਕੇ, ਉਹ ਸਾਰੇ ਸਾਹਮਣੇ ਬੈਠੇ ਇਕੱਠ ਜਿਹੜਾ ਸੀਗਾ ਸਾਰੇ ਸਹਿਮ ਗਏ। ਸਾਰਿਆਂ ਵਿੱਚ ਸन्नाटा ਛਾ ਗਿਆ ਕਿ ਗੁਰੂ ਜੀ ਅੱਜ ਕੀ ਕਹਿ ਰਹੇ ਹਨ। ਬੜੇ ਸਾਰੇ ਚੁੱਪ ਸ਼ਾਂਤ ਹੋ ਗਏ। ਪਰ ਫਿਰ ਕਹਿੰਦੇ ਹਨ ਕਿ ਉਹਨਾਂ ਵਿੱਚੋਂ ਆਪਾਂ ਉਹਨਾਂ 5 ਪਿਆਰਿਆਂ ਨੂੰ ਅੱਜ ਨਹੀਂ ਭੁੱਲਣਾ, ਉਹਨਾਂ ਦੇ ਯਾਦ ਕਰਕੇ ਉਹਨਾਂ ਦੇ ਅਸੀਂ ਕੁਰਬਾਨ ਜਾਂਦੇ ਹਾਂ, ਜਿਨ੍ਹਾਂ ਦੇ ਵਿੱਚ ਕਿ ਨਾ ਕੋਈ ਜਾਤ ਨਾ ਕੋਈ ਪਾਤ ਸੱਚੇ ਪਾਤਸ਼ਾਹ ਨੇ ਉਹ ਚੁਣੇ ਸਨ, ਜਿਹੜੇ ਕਿ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਦਿਆਲ ਰਾਮ ਜਿਹੜੇ ਖੱਤਰੀ ਸਨ, ਲਾਹੌਰ ਦੇ ਵਾਸੀ, ਉਹ ਗੁਰੂ ਜੀ ਸਾਹਮਣੇ ਆਏ ਅਤੇ ਉਹਨਾਂ ਨੇ ਕਿਹਾ, ਸੱਚੇ ਪਿਤਾ ਮੇਰਾ ਸੀਸ ਹਾਜ਼ਰ ਹੈ ਤੁਹਾਡੇ ਵਾਸਤੇ, ਪਵਿੱਤਰ ਕੰਮ ਵਿੱਚ ਮੈਂ ਆਪਣਾ ਸੀਸ ਤੁਹਾਡੇ ਹਾਜ਼ਰ ਕਰਦਾ ਹਾਂ। ਗੁਰੂ ਜੀ ਉਸ ਨੂੰ ਕਹਿੰਦੇ ਹਨ ਕਿ ਤੰਬੂ ਵਿੱਚ ਲੈ ਗਏ। ਤੰਬੂ ਵਿੱਚ ਲਿਜਾ ਕੇ ਕਹਿੰਦੇ ਹਨ ਕਿ ਜੋ ਬਾਹਰ ਇੰਨਾ ਇਕੱਠ ਬੈਠਾ ਸੀ, ਚੁੱਪ ਜਿੱਦਾਂ ਕਿ ਪਿਨ ਡ੍ਰੌਪ ਸਾਇਲੈਂਸ ਸੀਗੀ। ਕਹਿੰਦੇ ਕਿ ਉਹ ਤਲਵਾਰ ਦੀ ਕਹਿੰਦੇ ਕੋਈ ਚੱਲਣ ਦੀ ਆਵਾਜ਼ ਆਈ ਅੰਦਰ। ਗੁਰੂ ਜੀ ਇਕੱਲੇ ਫਿਰ ਹੱਥ ਵਿੱਚ ਤਲਵਾਰ ਜਿਹੜੀ ਲੈ ਕੇ ਗਏ ਸਨ, ਕਹਿੰਦੇ ਹਨ ਜਿਸ ਤਰ੍ਹਾਂ ਆਪਾਂ ਸਾਰਾ ਇਹ ਸਾਖੀਆਂ ਸੁਣੀਆਂ ਕਿ ਲਹੂ ਨਾਲ ਲਿਬੜੀ ਤਲਵਾਰ ਲੈ ਕੇ ਤੰਬੂ ਤੋਂ ਬਾਹਰ ਆਏ, ਤਾਂ ਫਿਰ ਉੱਚੀ ਆਵਾਜ਼ ਵਿੱਚ ਇੱਕ ਹੋਰ ਸਿੱਖ ਦੀ ਉਹਨਾਂ ਨੇ ਮੰਗ ਕੀਤੀ। ਫਿਰ ਕਹਿੰਦੇ ਹਨ ਕਿ ਆਪਾਂ ਇੱਥੇ ਗੁਰੂ ਜੀ ਨੇ 5 ਵਾਰ ਸਿੱਖ ਮੰਗੇ ਹਨ ਕਿ ਮੈਨੂੰ ਸਿੱਖ ਜਾਂ ਸਿਰ ਦੀ ਲੋੜ ਹੈ। ਹੁਣ ਧਰਮ ਰਾਏ ਜੀ ਜਿਹੜੇ ਸਨ, ਹਸਨਾਪੁਰ ਦੇ ਜੱਟ ਸਨ, ਉਹ ਅੱਗੇ ਆਏ, ਉਹਨਾਂ ਨੂੰ ਤੰਬੂ 'ਚ ਲੈ ਗਏ ਅਤੇ ਉਹਨਾਂ ਤੋਂ ਬਾਅਦ ਕਹਿੰਦੇ ਹਨ ਕਿ ਹਿੰਮਤ ਰਾਏ ਜਗਨਨਾਥਪੁਰੀ ਦੇ ਰਹਿਣ ਵਾਲੇ ਝਿਉਰ ਸਨ, ਉਹ ਆਏ। ਫਿਰ ਮੋਹਕਮ ਚੰਦ ਦਵਾਰਕਾ ਦੇ ਰਹਿਣ ਵਾਲੇ ਛੀਬਾ ਸਨ, ਉਹ ਆਏ। ਅਤੇ ਫਿਰ ਸਾਹਿਬ ਚੰਦ ਬਿਦਰ ਦੇ ਰਹਿਣ ਵਾਲੇ ਨਾਈ ਸਨ। ਇਹ ਦੇਖੋ ਕਿ ਇਹਦੇ ਵਿੱਚ ਸੱਚੇ ਪਾਤਸ਼ਾਹ ਨੇ ਇਹਨਾਂ ਪੰਜਾਂ ਨੂੰ ਲੈ ਕੇ ਤੰਬੂ ਵਿੱਚ ਲੈ ਕੇ ਗਏ। ਇਹਨਾਂ ਤੰਬੂ 'ਚ ਜਾ ਕੇ ਇਹਨਾਂ ਸੂਰਬੀਰਾਂ ਯੋਧਿਆਂ ਨੂੰ ਕਹਿੰਦੇ ਹਨ ਕਿ ਜਿਨ੍ਹਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਦੇਸ਼ ਦੀ ਉੱਨਤੀ ਵਾਸਤੇ, ਭਾਰਤ ਦੀ ਇਹ ਜੋ ਮੁਕਤੀ ਜੋ ਚੱਲ ਰਹੀ ਸੀ, ਗੁਰੂ ਜੀ ਨੂੰ ਆਸ ਹੋ ਗਈ ਕਿ ਇਹ ਮੇਰੇ ਪਿਆਰੇ ਸਿੱਖ ਸਿਰ ਦੇਣ ਆਏ ਹਨ, ਜਿਹੜੇ ਕਹਿੰਦੇ ਗੁਰੂ ਜੀ ਜਿੱਦਾਂ ਦਿਲੋਂ ਗਦ ਖੁਸ਼ ਹੋ ਰਹੇ ਸਨ। ਕਹਿੰਦੇ ਹਨ ਕਿ ਇਹਨਾਂ ਨੂੰ ਫਿਰ ਉਹਨਾਂ ਨੇ ਕੀ ਕੀਤਾ ਕਿ ਇਹ ਦੁੱਤੀ ਦੇਣ ਆਏ ਸਨ ਆਪਣੇ ਪ੍ਰਾਣਾਂ ਦੀ। ਗੁਰੂ ਜੀ ਨੇ ਪੰਜਾਂ ਨੂੰ, ਨੌਜਵਾਨ ਸਨ, ਸੋਹਣੇ ਕੱਪੜੇ ਪਾਏ, ਆਪਣੇ ਪਿੱਛੇ ਲੈ ਕੇ ਤੰਬੂ ਵਿੱਚੋਂ ਕੇਸਗੜ੍ਹ ਵੱਲੋਂ ਦੀ ਇੱਧਰੋਂ ਦੀ ਆਏ ਅਤੇ ਉਹਨਾਂ ਨੂੰ ਬਿਠਾ ਕੇ ਉੱਥੇ ਦਰਿਆ ਤੋਂ ਪਾਣੀ ਮੰਗਵਾਇਆ। ਕਹਿੰਦੇ ਹਨ ਕਿ ਛੋਟੀ ਮੈਂ ਕਰਦੀ ਸਾਖੀ, ਕਿਉਂਕਿ ਆਪਾਂ ਕੋਲ ਟਾਈਮ ਨਹੀਂ ਹੈਗਾ। ਇਹ ਸਾਖੀਆਂ ਆਪਾਂ ਭਾਵੇਂ ਰੋਜ਼ ਸੁਣੀਏ ਪਰ ਫਿਰ ਭੁੱਲ ਜਾਂਦੇ ਹਾਂ, ਬੱਚੇ ਭੁੱਲ ਜਾਂਦੇ ਹਨ, ਮਾਂ ਬਾਪ ਭੁੱਲ ਜਾਂਦੇ ਹਨ। ਵਿਸਾਖੀ ਆਈ ਹੈ, ਫਿਰ ਤੇ ਅਸੀਂ ਯਾਦ ਕਰਾਉਣਾ ਹੈ, ਸਿੱਖ ਪੰਥ ਨੂੰ ਹਿਲਾਉਣਾ ਹੈ ਕਿ ਉੱਠੋ, ਜੋ ਗੁਰੂ ਦੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹਨੂੰ ਪਾ ਲਓ। ਸੋ ਇਸ ਤਰ੍ਹਾਂ ਕਹਿੰਦੇ ਹਨ ਕਿ ਉਹਨਾਂ ਨੇ ਦਰਿਆ ਤੋਂ ਪਾਣੀ ਮੰਗਵਾਇਆ, ਸਰਬ ਲੋ ਬਾਟੇ ਵਿੱਚ ਤਾਸੇ ਪਾਏ ਅਤੇ ਖੰਡੇ ਨਾਲ 5 ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕੀਤਾ। ਇਹ ਜੋ ਉਹਨਾਂ ਨੇ ਅੰਮ੍ਰਿਤ ਛਕਾ ਕੇ ਇਹਨਾਂ ਨੂੰ 5 ਪਿਆਰਿਆਂ ਦਾ ਜਿਹੜਾ ਰੂਪ ਬਖਸ਼ਿਆ ਸੱਚੇ ਪਾਤਸ਼ਾਹ ਨੇ,
ਫਿਰ ਕਹਿੰਦੇ ਹਨ ਕਿ ਇਹਨਾਂ ਤੋਂ ਜੈਕਾਰਾ ਬੁਲਾਇਆ ਜਦੋਂ ਵੀ ਆਪਾਂ ਦੱਸਿਆ, ਹੁਣੇ ਭਾਜੀ ਨੇ ਦੱਸਿਆ, ਜਦੋਂ ਅੰਮ੍ਰਿਤ ਦੇ ਛਿੱਟੇ ਸਾਡੇ ਅੱਖਾਂ 'ਚ ਸੱਚੇ ਪਾਤਸ਼ਾਹ ਵਾਂਗ ਪਾਉਂਦੇ ਸਨ, ਉਦੋਂ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਆਪਾਂ ਨੇ ਬੁਲਾਉਣਾ ਹੈ। ਇਸ ਤਰ੍ਹਾਂ, ਹਾਂਜੀ, ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ, ਗੁਰੂ ਨੇ ਇਹ ਪੌਲ ਰੱਖਿਆ, ਜਿਹੜਾ ਕਿ ਪੌਲ ਜਿਹੜੀ ਗੁਰੂ ਨੇ ਬਣਾਈ ਸੀ ਨਾ, ਇਹ ਪੌਲ ਅੰਮ੍ਰਿਤ ਦੀ ਛਕਾਈ, ਪੰਥ ਦਾ ਨਾਮ ਖਾਲਸਾ ਅਤੇ ਸੰਗਤ ਦਾ ਨਾਮ ਖਾਲਸਾ ਧਰਮ ਰੱਖ ਕੇ ਇਹਨਾਂ ਪੰਜਾਂ ਦੇ ਨਾਮ ਜਿਹੜੇ ਸਨ, ਜਿਹਨਾਂ ਦੇ ਰਾਏ ਰਾਮਚੰਦ ਸੀ, ਜਿਸ ਤਰ੍ਹਾਂ ਵੀ ਸਾਰਿਆਂ ਦੇ ਨਾਮ ਆ ਕੇ ਕਹਿੰਦੇ ਹਨ ਕਿ ਸਿੰਘ ਲਗਾ ਦਿੱਤਾ। ਇਸ ਤਰ੍ਹਾਂ ਖਾਲਸਾ ਪੰਥ, ਸੰਤ ਸਿਪਾਹੀ ਕੌਮ ਦੀ ਸਾਜਨਾ ਕੀਤੀ ਸੱਚੇ ਪਾਤਸ਼ਾਹ ਨੇ। ਇਸ ਦੇ ਨਾਲ ਨਾਲ ਕਹਿੰਦੇ ਹਨ ਕਿ 5 ਧਾਰਮਿਕ ਚਿੰਨ੍ਹ ਜਿਹੜੇ ਕਿ ਕੱਕੇ ਤੋਂ ਆਪਾਂ ਪੜ੍ਹਾਈ ਦਾ ਹੈ, ਜਿਸ ਤਰ੍ਹਾਂ ਪੰਜਾਬੀ ਪੜ੍ਹਾਉਂਦੇ ਹਾਂ, ਕੱਕੇ ਤੋਂ ਉਹਨਾਂ ਦੱਸਿਆ ਕਿ ਆਪਣੇ 5 ਕਕਾਰ ਹਨ, ਜਿਸ ਤਰ੍ਹਾਂ ਕੱਛ, ਕੜਾ, ਕਿਰਪਾਨ, ਕੰਘਾ ਤੇ ਕੇਸ। ਇਸ ਨੂੰ ਸੱਚੇ ਪਾਤਸ਼ਾਹ ਨੇ ਸਾਡੇ ਮੋਹਰੇ ਰੱਖੇ ਹਨ ਅਤੇ ਨਾਲ ਹੀ ਅੰਮ੍ਰਿਤਧਾਰੀ ਸਿੰਘ, ਜਿਹੜੇ ਕਿ ਆਪਣੀ ਸਾਨੂੰ ਵੱਖਰੀ ਪਛਾਣ ਸੱਚੇ ਪਾਤਸ਼ਾਹ ਬਣਾ ਕੇ ਦਿੱਤੀ ਹੈ, ਸਰਦਾਰੀ ਬਖਸ਼ੀ ਹੈ। ਸੋ ਇਸ ਦੇ ਨਾਲ ਨਾਲ ਪੰਜਾਂ ਪਿਆਰਿਆਂ ਤੋਂ ਸੱਚੇ ਪਿਤਾ ਨੇ ਆਪ ਅੰਮ੍ਰਿਤ ਪਾਣ ਪਿੱਛੋਂ ਉਹਨਾਂ ਤੋਂ ਮੰਗਿਆ ਹੈ। ਕਹਿੰਦੇ ਹਨ ਕਿ ਹੁਣ ਮੈਨੂੰ ਵੀ ਅੰਮ੍ਰਿਤ ਪਾਣ ਛਕਾਓ, ਕਿਉਂਕਿ ਗੋਬਿੰਦ ਰਾਏ ਤੋਂ ਮੈਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਬਣਾਓ। ਸੋ ਕਹਿੰਦੇ ਹਨ ਕਿ ਇਹ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ, ਪੀਵੋ ਪਹਲ ਖੰਡੇ ਤਾਰ ਹੋਇ ਜਨਮ ਸੁਹੇਲਾ, ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੱਚੇ ਪਾਤਸ਼ਾਹ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ ਉਹਨਾਂ ਤੋਂ ਆਪ ਅੰਮ੍ਰਿਤ ਪਾਣ ਕਰਕੇ ਸੇਵਕ ਬਣ ਕੇ ਉਹਨਾਂ ਪੰਜਾਂ ਵਿੱਚ ਸੱਚੇ ਪਾਤਸ਼ਾਹ ਨੇ ਆਪਣਾ ਰੂਪ ਸੱਚੇ ਪਾਤਸ਼ਾਹ ਨੇ ਪਾ ਦਿੱਤਾ ਹੈ। ਕਹਿੰਦੇ ਹਨ ਕਿ ਜਦੋਂ ਪੰਜਾਂ ਪਿਆਰਿਆਂ ਦੇ ਰੂਪ ਦੇਖਦੇ ਹਨ, ਉਹਨਾਂ ਵਿੱਚੋਂ ਸਾਨੂੰ ਸੱਚੇ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜ਼ਰੂਰ ਦਰਸ਼ਨ ਹੁੰਦੇ ਹਨ, ਜ਼ਰੂਰ ਦਰਸ਼ਨ ਹੁੰਦੇ ਹਨ। ਕਹਿੰਦੇ ਹਨ ਕਿ ਹਾਂਜੀ ਭਾਜੀ, ਵਾਹ ਜੀ ਵਾਹ। ਅੱਲਾ ਯਾਰ ਖਾਨ ਜੋਗੀ ਗੁਰੂ ਗੋਬਿੰਦ ਸਿੰਘ ਜੀ महाराज जी ਦੀ ਮਹਾਨ ਸ਼ਖਸੀਅਤ ਬਾਰੇ ਲਿਖਦਾ ਹੈ, करतार की सुगंध है, नानक की कसम है, जितनी भी हो गुरु गोविंद सिंह की तारीफ वो कम है। हर चंद मेरे हाथ में पुरजोर कलम है, सतगुर के लिखूं वसफ कहाँ ताबे रकम है। ताबे रकम ਦਾ ਮਤਲਬ ਲਿਖਣ ਦੀ ਸ਼ਕਤੀ। ਰਕਮ ਅਰਬੀ ਦਾ ਸ਼ਬਦ ਹੈ, ਪੰਜਾਬੀ ਵਿੱਚ ਅਸੀਂ ਇਹਨੂੰ ਅਮਾਉਂਟ ਲੈਂਦੇ ਹਾਂ, ਲੇਕਿਨ अरबी विच रकम का मतलब है लिखना, जस्ट राइटिंग। हर चंद मेरे हाथ में पुरजोर कलम है, सतगुर के लिखूं वसफ सिफता, सतगुर के लिखूं वसफ कहाँ ताबे रकम है। एक आंख से क्या बुलबुला कुल बहर को देखे, बहर यानी समुंदर, एक आंख से क्या बुलबुला कुल बहर को देखे, साहिल को या मंझधार को या लहर को देखे। गुरु गोबिंद सिंह पातशाह की तारीफ दुनिया भर के लेखकों ने की है। हिंदुओं ने, मुसलमानों ने, सिखा ने और 28 गोरिया ने गुरु गोबिंद सिंह पातशाह की जीवनी लिखी है, जिन्हां दियां किताबां सेंट्रल लाइब्रेरी ब्रैडफोर्ड विच मैं देखियां हन। डॉक्टर सिफत अलावी लाइब्रेरीयन ने मैनू वो सारियां किताबां दिखाइयां हन। कहंदे ये सारे अंग्रेज़ां ने गुरु गोबिंद सिंह पातशाह का जीवन लिखिया है और रैफरेंस बुक्स बाहर लोगों के वास्ते नहीं पईयां होईयां, उन्हां नूं परदे विच रखिया गया है। जे तुसीं पुछो तां फिर तुहानूं ओह उपरली मंजिल ते पईयां हन, ओह तुहानूं दिखाउंदे हन। खैर, मैं गल कर रहा सी अमृत छकाया, तां फिर आखिरी गल मैं दसदा जावां कि सारियां नूं इह किहा जांदा है, अमृत अबलाखिया नूं जिन्हें हुणे हुणे अमृत छकिया है, कि अज तो तुहाडे पिता जी गुरु गोबिंद सिंह जी, तुहाडे माता जी माता साहिब कौर जी अते वासी आनंदपुर साहब, ये दृढ़ कराया जाता है, ये कबूल करवाया जाता है, ये अमृतधारी सिंह गल नूं प्रवान करदे हन। मैं 1986 विच इंग्लैंड आया सीगा ते मैनूं याद है शायद 1983 सीगा, मैं ते मेरा छोटा भरा चरणजीत लबनान विच वैसाखी वाले दिन, लबनान विच गुरुद्वारा उदों नहीं सीगा, श्री गुरु ग्रंथ साहब दे सरੂਪ 1985 विच आउंदे हन,
ਅਤੇ 1986 ਵਿੱਚ ਗੁਰਦੁਆਰਾ ਸਾਹਿਬ ਬਣਦਾ। ਅਸੀਂ ਦੋਹਾਂ ਭਰਾਵਾਂ ਨੇ ਥੋੜੀ ਜਿਹੀ ਦੇਗ ਤਿਆਰ ਕੀਤੀ ਔਰ ਆਪਣੇ ਘਰ ਵਿੱਚ ਹੀ ਦੋਹਾਂ ਭਰਾਵਾਂ ਨੇ ਵਿਸਾਖੀ ਦਾ ਦਿਨ ਮਨਾਇਆ। ਤਕਾਲਾਂ ਹੋਈਆਂ ਤਾਂ ਸਾਡਾ ਗਵਾਂਢੀ ਸ੍ਰੀਲੰਕਾ ਦਾ ਇੱਕ ਬੰਦਾ ਜੋ ਐਲੂਮੀਨੀਅਮ ਫੈਕਟਰੀ ਵਿੱਚ ਕੰਮ ਕਰਦਾ ਸੀ, ਉਹ ਸਾਡੇ ਘਰ ਆਇਆ। ਉਹ 4 ਜ਼ੁਬਾਨਾਂ ਬੋਲ ਲੈਂਦਾ ਸੀ, ਸ੍ਰੀਲੰਕਾ ਦਾ ਰਹਿਣ ਵਾਲਾ ਸੀ। ਨਾਂ ਸੀ ਉਹਦਾ ਨਾਨਾ ਮੀਨਾਸ। ਇੰਗਲਿਸ਼, ਸਿੰਗਲਿਸ਼, ਤਾਮਿਲ ਅਤੇ ਹਿੰਦੀ। ਉਹ ਸਾਡੇ ਨਾਲ ਹਿੰਦੀ ਵਿੱਚ ਗੱਲ ਕਰਦਾ ਸੀ। कहने लगा कि मास्टर जी आज रात का खाना आप हमारे घर पर खाएंगे। मैं गल नूं ब्रीफ करा। मैं पूछया वो कादी खुशी विच, तां वो कहने लगा आप कैसे हिंदी हैं जिनको ये बात भी मालूम नहीं कि आज महात्मा बुद्ध जी का जन्मदिन है। मैंने क्या कमाल हो गई, कमाल हो गई। सानू नहीं सी पता कि वैसाखी वाले दिन महात्मा बुद्ध का जन्मदिन होया। और जदों फिर असीं उहदे घर शाम नूं शाकाहारी भोजन कीता, उसने ਇਨਵਾਈਟ ਕੀਤਾ ਸਾਰੇ ਦੋਸਤਾਂ ਨੂੰ, ਤਾਂ ਉਸ ਖਾਣੇ ਤੇ ਨਾਨਾ ਮਿਨਾਸ ਨੇ ਦੱਸਿਆ ਮਹਾਤਮਾ ਬੁੱਧ ਦਾ ਜਨਮ ਦਿਨ ਵੀ ਵਿਸਾਖੀ ਵਾਲਾ ਦਿਨ। ਮਹਾਤਮਾ ਬੁੱਧ ਨੂੰ ਨਿਰਵਾਣ ਪ੍ਰਾਪਤ ਹੋਇਆ, ਗਿਆਨ ਪ੍ਰਾਪਤ ਹੋਇਆ ਵਿਸਾਖੀ ਵਾਲੇ ਦਿਨ। ਅਤੇ 80 ਸਾਲ ਦੀ ਉਮਰ ਵਿੱਚ ਜਦੋਂ ਉਹਨਾਂ ਨੇ ਆਪਣੀ ਜ਼ਿੰਦਗੀ ਪੂਰੀ ਕੀਤੀ ਤਾਂ ਜਦੋਂ ਦੁਨੀਆ ਤੋਂ ਗਏ ਉਸ ਦਿਨ ਵੀ ਵਿਸਾਖੀ ਦਾ ਦਿਨ ਸੀ। ਭਾਈ ਵਾਹ। ਹੋਰ ਮਹਾਂਪੁਰਖ ਹੋਇਆ ਹੈ ਇੰਡੀਆ ਦੇ ਵਿੱਚ ਜਿਹਦਾ ਵਿਸਾਖੀ ਨਾਲ ਬਹੁਤ ਗੂੜਾ ਸੰਬੰਧ ਹੈ। ਵਿਸਾਖੀ ਵਾਲੇ ਦਿਨ ਦਲਿਤਾਂ ਦੇ ਮਸੀਹਾ ਡਾਕਟਰ ਭੀਮ ਰਾਓ ਅੰਬੇਡਕਰ, ਉਹਨਾਂ ਦਾ ਜਨਮ ਹੋਇਆ ਸੀ ਸਨ 1891 ਈਸਵੀ ਦੇ ਵਿੱਚ। ਉਹਨਾਂ ਨੇ ਆਪਣੀ ਸੁਨਹਿਰੀ ਕਲਮ ਦੇ ਨਾਲ ਆਜ਼ਾਦ ਭਾਰਤ ਦਾ ਸੰਵਿਧਾਨ ਲਿਖਿਆ, ਕਨਸਟੀਟਿਊਸ਼ਨ ਲਿਖਿਆ। ਪਹਿਲਾ ਕਾਨੂੰਨ ਮੰਤਰੀ ਵੀ ਬਣਿਆ ਡਾਕਟਰ ਭੀਮ ਰਾਓ ਅੰਬੇਡਕਰ। ਔਰ ਡਾਕਟਰ ਭੀਮ ਰਾਓ ਅੰਬੇਡਕਰ ਨੇ ਕਰੋੜਾਂ ਦਲਿਤਾਂ ਦੀ ਜ਼ਿੰਦਗੀ ਬਦਲ ਦਿੱਤੀ, ਕਿਸਮਤ ਬਦਲ ਦਿੱਤੀ, ਤਕਦੀਰ ਬਦਲ ਦਿੱਤੀ। ਮੈਂ ਉਹਦੀ ਕਿਤਾਬ ਲਿਖੀ ਆ, ਉਹਦੇ ਜਨਮ ਤੋਂ ਲੈ ਕੇ, ਡਾਕਟਰ ਭੀਮ ਰਾਓ ਦੇ ਜਨਮ ਤੋਂ ਲੈ ਕੇ ਅਖੀਰ ਤੱਕ ਡੇਟ ਵਾਈਜ਼ ਕਿਤਾਬ ਤਿਆਰ ਕੀਤੀ ਹੈ ਜੋ ਪਬਲਿਸ਼ ਹੋ ਚੁੱਕੀ ਹੈ। ਮੈਂ ਕਹਿਣਾ ਹੀ ਚਾਹੁੰਦਾ ਹਾਂ ਕਿ ਸਾਰੀ ਦੁਨੀਆ ਵਿੱਚੋਂ ਸਭ ਤੋਂ ਵੱਧ ਪੜ੍ਹਿਆ ਹੋਇਆ, ਸਭ ਤੋਂ ਵੱਧ ਡਿਗਰੀਆਂ ਵਾਲਾ ਇਹ ਮਹਾਂਪੁਰਖ ਦਲਿਤਾਂ ਦਾ ਮਸੀਹਾ ਵਿਸਾਖੀ ਵਾਲੇ ਦਿਨ ਇਸ ਦੁਨੀਆ ਵਿੱਚ ਆਇਆ, जिसने ਇਹੋ ਜਿਹਾ ਕੰਮ ਕੀਤਾ। मेरा कहने ਨੂੰ दिल करता है, कुछ लोग तो बदलते हैं जमाने के साथ साथ और कुछ वो हैं जो जमाने को बदल देते हैं। गुरु गोबिंद सिंह पातशाह ने भी यही कुछ ਕੀਤਾ। ਦਲਿਤਾਂ ਨੂੰ, ਮਰੀ ਹੋਈ ਕੌਮ ਨੂੰ, ਗੁਲਾਮੀ ਸੋਚ ਵਾਲੇ ਹਿੰਦੁਸਤਾਨੀਆਂ ਨੂੰ ਅੰਮ੍ਰਿਤ ਛਕਾ ਕੇ ਇਹੋ ਜਿਹੇ ਬਹਾਦਰ ਸਿੰਘ ਬਣਾਇਆ ਕਿ ਭਾਈ ਬਚਿੱਤਰ ਸਿੰਘ ਰਾਠੌਰ ਵਰਗੇ ਖੂਨੀ ਹਾਥੀ ਦੇ ਨਾਲ ਇੱਕ ਨਾਗਣੀ ਲੈ ਕੇ, ਗੁਰੂ ਦਾ ਥਾਪੜਾ ਲੈ ਕੇ ਘੋੜੇ ਤੇ ਸਵਾਰ ਬੰਦਾ ਹਾਥੀ ਦੇ ਨਾਲ ਟਕਰਾ ਜਾਵੇ, ਅੰਦਾਜ਼ਾ ਕਰੋ ਉਹਦੀ ਸ਼ਕਤੀ ਦਾ, ਅਮਰ ਦੀ ਸ਼ਕਤੀ ਦਾ। ਇਹ ਅਮਰ ਦੀ ਸ਼ਕਤੀ ਸੀ। ਕਿਸੇ ਸ਼ਾਇਰ ਨੇ ਲਿਖਿਆ ਹੈ, ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ। ਮਾਤਾ ਜੀਤੋ ਜੀ ਨੇ ਤਿਆਰ ਹੋ ਰਹੇ ਅਮਰ ਦੇ ਵਿੱਚ ਪਤਾਸੇ ਪਾ ਕੇ ਇਹਦੇ ਵਿੱਚ ਹੋਰ ਵੀ ਮਿਠਾਸ ਪੈਦਾ ਕਰ ਦਿੱਤੀ। ਵਿਸਾਖੀ ਦਾ ਦਿਨ ਸਨ 1919 ਕੀ ਅਸੀਂ ਕਦੀ ਭੁੱਲ ਸਕਾਂਗੇ? ਜਦੋਂ ਜਲਿਆਂਵਾਲੇ ਬਾਗ ਵਿੱਚ ਪਹਿਲਾ ਸ਼ਬਦ ਸੀ ਜਲੀਆਂ। ਜਲੀਆਂ ਦਾ ਮਤਲਬ ਹੁੰਦਾ ਹੈ ਇੱਕ ਖਾਸ ਕਿਸਮ ਦਾ ਡਾਂਸ ਹੁੰਦਾ ਹੈ ਸੰਤ ਲੋਕਾਂ ਦਾ, ਸੂਫੀ ਲੋਕਾਂ ਦਾ। ਉਸ ਤੋਂ ਲਫ਼ਜ਼ ਬਦਲ ਕੇ ਜਲਿਆਂ ਬਣ ਗਿਆ। ਜਲਿਆਂਵਾਲਾ ਬਾਗ ਉੱਥੇ 1919 ਵਿੱਚ, ਸਨ 1919 ਵਿੱਚ ਜਦੋਂ ਗੋਲੀ ਚੱਲੀ ਤਾਂ ਉਹ ਵੀ ਵਿਸਾਖੀ ਦਾ ਦਿਨ ਸੀ। ਬ੍ਰਿਗੇਡੀਅਰ ਜਨਰਲ ਡਾਇਰ ਦੇ ਹੁਕਮ ਨਾਲ 10 ਮਿੰਟਾਂ ਵਿੱਚ 1650 ਰੌਂਦ ਚਲਾਏ ਗਏ, ਸਿਰਫ 100 ਗਜ਼ ਦੇ ਫਾਸਲੇ ਤੋਂ। 735 ਮਰਦ, ਔਰਤਾਂ ਅਤੇ ਬੱਚੇ ਸ਼ਹੀਦ ਹੋਏ ਅਤੇ 1500 ਜ਼ਖਮੀ ਹੋਏ। ਲਾਗੇ ਇੱਕ ਖੂਹ ਹੈ, ਸ਼ਾਇਦ ਜਦੋਂ ਤੁਸੀਂ ਉੱਥੇ ਜਾਂਦੇ ਹੋ ਤਾਂ ਸ਼ਾਇਦ ਤੁਸੀਂ ਉਹ ਖੂਹ ਦੇਖਿਆ ਹੋਵੇ। ਉਹ ਖੂਹ ਲਾਸ਼ਾਂ ਦੇ ਨਾਲ ਭਰ ਗਿਆ ਸੀ। ਉਸ ਵਕਤ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਸਰ ਮਾਈਕਲ ਉਡਵਾਇਰ। ਉਹਨੇ ਕਿਹਾ ਸੀ ਕਿ ਇਹ ਜੋ ਕੀਤਾ ਗਿਆ ਹੈ ਇਹ ਜਾਇਜ਼ ਹੈ, ਇਹ ਸਹੀ ਹੈ, ਇਹ ਠੀਕ ਹੈ। ਸ਼ਹੀਦ ਊਧਮ ਸਿੰਘ ਸੁਨਾਮ ਦਾ ਰਹਿਣ ਵਾਲਾ ਸੀ। ਉਹਦੇ ਪਿਤਾ ਜੀ, ਉਹਦੀ ਉਮਰ 18 ਸਾਲ ਦੀ ਸੀ ਤਾਂ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਪਿਤਾ ਜੀ ਇਸ ਖੂਨੀ ਸਾਕੇ ਵਿੱਚ ਜੋ ਵਿਸਾਖੀ ਵਾਲੇ ਦਿਨ ਜਲਿਆਂਵਾਲੇ ਬਾਗ ਵਿੱਚ ਹੋਇਆ, ਉਹਨੂੰ ਇਸ ਗੱਲ ਦਾ ਇੰਨਾ ਰੰਜ ਹੋਇਆ, ਇੰਨਾ ਦੁੱਖ ਹੋਇਆ
ਉਹਨੇ ਮਨ ਵਿੱਚ ਇਹ ਠਾਣ ਲਿਆ, ਕਸਮ ਖਾਧੀ ਕਿ ਮੈਂ ਇਸ ਖੂਨੀ ਸਾਕੇ ਦਾ ਬਦਲਾ ਲਵਾਂਗਾ। ਤਾਂ ਫਿਰ ਊਧਮ ਸਿੰਘ ਸਨ 1931 ਵਿੱਚ ਇੰਗਲੈਂਡ ਆਇਆ। ਤਾਂ ਫਿਰ ਸਭ ਤੋਂ ਪਹਿਲਾਂ ਕਾਰ ਚਲਾਉਣੀ ਸਿੱਖੀ। ਤਾਂ ਫਿਰ ਹੌਲੀ ਹੌਲੀ ਉਹ ਪਹੁੰਚ ਗਿਆ ਸਰ ਮਾਈਕਲ ਵੁਡਵਾਇਰ ਦੇ ਲਾਗੇ ਛਾਗੇ। ਜੇ ਤੁਸੀਂ ਇਹ ਫਿਲਮ ਦੇਖੀ ਹੋਵੇ ਤਾਂ ਤੁਹਾਨੂੰ ਯਾਦ ਆ ਗਿਆ ਹੋਵੇਗਾ ਉਹ ਸੀਨ ਕਿ ਕੰਮ ਪੁੱਛਣ ਵਾਸਤੇ ਆਉਂਦਾ ਹੈ ਔਰ ਸਰ ਮਾਈਕਲ ਵੁਡਵਾਇਰ ਕਹਿੰਦਾ ਹੈ ਕਿ ਹਾਂ ਕੱਲ ਨੂੰ ਆ ਜਾਈ, ਮੇਰੇ ਕੋਲ ਤੇਰੇ ਵਾਸਤੇ ਕੰਮ ਹੈ। ਜਦੋਂ ਉਹ ਉਹਦੇ ਲਾਗੇ ਪਹੁੰਚ ਗਿਆ, ਗੱਲਬਾਤ ਹੋ ਗਈ, ਤਾਲਮੇਲ ਹੋ ਗਿਆ। ਤਾਂ ਫਿਰ ਸਨ 1940 ਦੇ ਵਿੱਚ ਲੰਡਨ ਦੇ ਟੈਕਸਟਨ ਹਾਲ ਦੇ ਵਿੱਚ ਬ੍ਰਿਟਿਸ਼ ਪਾਸਪੋਰਟ ਦੇ ਲਾਗੇ, ਆਫਿਸ ਦੇ ਲਾਗੇ, ਸ਼ਹੀਦ ਊਧਮ ਸਿੰਘ ਜੀ ਨੇ ਸਰ ਮਾਈਕਲ ਵੁਡਵਾਇਰ ਨੂੰ 2 ਗੋਲੀਆਂ ਮਾਰ ਕੇ ਸਾਹਮਣੇ ਖੜੇ ਹੋ ਕੇ ਤਾਂ ਮਾਰ ਦਿੱਤਾ। ਓਲਡ ਬੇਲੀ ਕੋਰਟ ਨੇ ਊਧਮ ਸਿੰਘ ਜੀ ਨੂੰ ਮੌਤ ਦੀ ਸਜ਼ਾ ਸੁਣਾਈ। ਟਾਈਮਸ ਨਿਊਜ਼ਪੇਪਰ ਦੇ ਵਿੱਚ ਤੁਸੀਂ ਸ਼ਹੀਦ ਊਧਮ ਸਿੰਘ ਦੀ ਸਟੇਟਮੈਂਟ ਸ਼ਾਇਦ ਪੜ੍ਹੀ ਹੋਵੇ, ਅਕਸਰ ਦਿਖਾਈ ਜਾਂਦੀ ਹੈ ਪ੍ਰੋਗਰਾਮਾਂ ਵਿੱਚ ਔਰ ਫਿਲਮਾਂ ਦੇ ਵਿੱਚ। ਉਸ ਸਟੇਟਮੈਂਟ ਵਿੱਚ ਸ਼ਹੀਦ ਊਧਮ ਸਿੰਘ ਨੇ ਕਿਹਾ ਸੀ, ਮੈਂ ਆਪਣੇ ਦੇਸ਼ ਦੇ ਵਾਸੀ ਅੰਗਰੇਜ਼ ਦੇ ਰਾਜ ਵਿੱਚ ਭੁੱਖੇ ਮਰਦੇ ਦੇਖੇ ਹਨ। ਮੈਨੂੰ ਜਲਿਆਂਵਾਲੇ ਬਾਗ, ਅੰਮ੍ਰਿਤਸਰ ਦੇ ਖੂਨੀ ਸਾਕੇ ਦੀ ਪੂਰੀ ਯਾਦ ਹੈ। ਮੈਂ ਆਪਣੇ ਦੇਸ਼ ਦਾ ਬਦਲਾ ਲਿਆ ਹੈ। ਮੈਨੂੰ ਆਪਣੇ ਕੀਤੇ ਤੇ ਕੋਈ ਅਫਸੋਸ ਨਹੀਂ। ਬਸ ਉਹਨੂੰ ਫਾਂਸੀ ਚੜਾਇਆ ਗਿਆ। ਬਾਕੀ ਕਹਾਣੀ ਤਾਂ ਸਾਰੀ ਤੁਸੀਂ ਜਾਣਦੇ ਹੋ, ਲੇਕਿਨ ਅਸੀਂ ਵਿਸਾਖੀ ਦੇ ਦਿਨ ਤੇ ਇਸ ਚੀਜ਼ ਨੂੰ ਰੀਨਿਊ ਕਰਨਾ ਹੈ। ਅਸੀਂ ਇਸ ਗੱਲ ਨੂੰ ਆਪਣੇ ਆਪ ਨਾਲ ਵਾਰ-ਵਾਰ ਦੁਹਰਾਉਣਾ ਹੈ ਤਾਂ ਕਿ ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗੇ ਕਿ ਵਿਸਾਖੀ ਵਾਲੇ ਦਿਨ ਕਿਹੜੇ-ਕਿਹੜੇ ਧਮਾਕੇ ਹੋਏ ਸਨ, ਸਾਡੇ ਬਜ਼ੁਰਗਾਂ ਨੇ ਕੀ ਕੁਝ ਕੀਤਾ। ਹੋ ਸਕਦਾ ਹੈ ਤੁਹਾਨੂੰ ਯਾਦ ਹੋਵੇ ਕਿ ਰਵਿੰਦਰਨਾਥ ਟੈਗੋਰ ਜਿਨ੍ਹਾਂ ਨੇ ਇੰਡੀਆ ਦਾ ਨੈਸ਼ਨਲ ਐਂਥਮ ਲਿਖਿਆ ਹੈ, ਪਹਿਲੀ ਲਾਈਨ ਹੈ ਜਨ ਗਣ ਮਨ। ਨੈਸ਼ਨਲ ਐਂਥਮ ਇੰਡੀਆ ਦਾ ਲਿਖਣ ਵਾਲਾ ਜਿਹਦੇ ਕੋਲ ਸਰ ਕਿਤਾਬ ਸੀ, ਸਰ ਦਾ ਖਿਤਾਬ ਸੀ, ਸਰ ਦਾ ਟਾਈਟਲ ਸੀ, ਸਰ ਦੀ ਪਦਵੀ ਸੀ, ਉਸ ਨੂੰ ਨਾਈਟਹੁੱਡ ਵੀ ਕਿਹਾ ਜਾਂਦਾ ਹੈ। ਜਦੋਂ 1919 ਦਾ ਸਾਕਾ ਹੋਇਆ ਤਾਂ ਫਿਰ ਸਰ ਰਵਿੰਦਰਨਾਥ ਟੈਗੋਰ ਨੇ ਕਿਹਾ ਮੈਨੂੰ ਨਹੀਂ ਇਹ ਚਾਹੀਦਾ। ਉਸਨੇ ਉਹ ਵਾਪਸ ਕਰ ਦਿੱਤਾ ਅਤੇ ਫਿਰ ਨਾਲ ਹੀ ਇਹ ਕਿਹਾ ਕਿ ਮੈਂ ਆਪਣੀਆਂ ਸਾਰੀਆਂ ਉੱਚ ਪਦਵੀਆਂ ਤਿਆਗ ਕੇ, ਰਵਿੰਦਰਨਾਥ ਟੈਗੋਰ ਦੀ ਸਟੇਟਮੈਂਟ ਸੁਣਨਾ, ਮੈਂ ਆਪਣੀਆਂ ਸਾਰੀਆਂ ਉੱਚ ਪਦਵੀਆਂ ਤਿਆਗ ਕੇ ਜ਼ੁਲਮ ਦਾ ਸ਼ਿਕਾਰ ਹੋਈ ਆਪਣੇ ਦੇਸ਼ ਵਾਸੀਆਂ ਦੇ ਨਾਲ ਖੜੇ ਹੋਣ ਦਾ ਫੈਸਲਾ ਕਰਦਾ ਹਾਂ। ਇਹ ਅਖਬਾਰ ਵਿੱਚ ਆਇਆ ਸੀ। ਵਿਸਾਖੀ ਵਾਲੇ ਦਿਨ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੁਨੀਆ ਦਾ ਭਰਮਣ ਕਰਨ ਵਾਸਤੇ ਆਪਣੇ ਘਰੋਂ, ਆਪਣੇ ਪਿੰਡੋਂ ਤੁਰੇ। ਸੰਗੀ ਲਏ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ। ਵਿਸਾਖੀ ਦਾ ਦਿਨ ਸੀ ਜਦੋਂ ਹਜ਼ੂਰ ਆਪਣੇ ਮਿਸ਼ਨਰੀ ਟੂਰ ਤੇ ਜਾਂਦੇ ਹਨ। ਇਹ ਵਿਸਾਖੀ ਦਾ ਦਿਨ ਹੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਹਿੰਦੂ ਧਰਮ ਦੇ ਮਹਾਨ ਤੀਰਥ, ਪ੍ਰਸਿੱਧ ਤੀਰਥ ਹਰਿਦੁਆਰ ਪਹੁੰਚਦੇ ਹਨ ਤੇ ਲਹਿੰਦੇ ਵੱਲ ਪਾਣੀ ਦੇਣ ਲੱਗ ਪੈਂਦੇ ਹਨ। ਲੋਕੀ ਹੱਸਦੇ ਹਨ ਕਿ ਅਸੀਂ ਤਾਂ ਆਪਣੇ ਪਿਤਰਾਂ ਨੂੰ ਚੜ੍ਹਦੇ ਵੱਲ ਨੂੰ ਪਾਣੀ ਦੇ ਰਹੇ ਹਾਂ, ਇਹ ਬਾਬਾ ਲਹਿੰਦੇ ਵੱਲ ਨੂੰ ਪਾਣੀ ਕਿਉਂ ਦਿੰਦਾ ਹੈ, ਵੈਸਟ ਵੱਲ ਕਿਉਂ ਪਾਣੀ ਦੇ ਰਿਹਾ ਹੈ। ਅਖੀਰ ਕਿਸੇ ਨੇ ਪੁੱਛ ਹੀ ਲਿਆ, ਮਹਾਰਾਜ ਆਪ ਲਹਿੰਦੇ ਵੱਲ ਨੂੰ ਕਿਉਂ ਪਾਣੀ ਦੇ ਰਹੇ ਹੋ? ਅਸੀਂ ਤਾਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ, ਸੂਰਜ ਨੂੰ ਪਾਣੀ ਦੇ ਰਹੇ ਹਾਂ। ਹਜ਼ੂਰ ਪਾਤਸ਼ਾਹ ਕਹਿਣ ਲੱਗੇ ਇੱਥੇ ਥੋੜੀ ਦੂਰ ਤੇ, ਕੁਝ ਮੀਲਾਂ ਤੇ, 200 ਮੀਲ ਤੇ ਮੇਰਾ ਪਿੰਡ ਆ, ਉੱਥੇ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਲੋਕੀ ਹੱਸ ਪਏ, ਕਹਿਣ ਲੱਗੇ ਬਾਬਾ 200 ਮੀਲ ਤੇ ਪਾਣੀ ਪਹੁੰਚ ਜਾਊ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਉਸ ਜਦੋਂ ਵੀ ਲੈਸਨ ਦਿੰਦੇ ਸੀ ਬੜੇ ਤਰੀਕੇ ਨਾਲ ਦਿੰਦੇ ਸੀ, ਲੋਕਾਂ ਨੂੰ ਆਪਣੇ ਆਪ ਵਿੱਚ ਰਿਅਲਾਈਜ਼ ਹੁੰਦਾ ਸੀਗਾ, ਫੀਲਿੰਗ ਆਉਂਦੀ ਸੀ, ਹੈ ਇਹ ਜੋ ਗੱਲ ਬਾਬਾ ਜੀ ਕਹਿ ਰਹੇ ਹਨ ਇਹ ਅਸੀਂ ਕਿਉਂ ਨਹੀਂ ਸੋਚੀ। ਹਜ਼ੂਰ ਕਹਿਣ ਲੱਗੇ ਜੇ ਮੇਰਾ ਪਾਣੀ 200 ਮੀਲ ਤੇ ਨਹੀਂ ਜਾ ਸਕਦਾ ਤੇ ਸਜਣੋ ਤੁਹਾਡਾ ਪਾਣੀ 2 ਕਰੋੜਾਂ ਮੀਲ ਦੂਰ ਸੂਰਜ ਤੇ ਚਲੇ ਜਾਊ। ਲੋਕੀ ਸੰਜੀਦਾ ਹੋ ਗਏ, ਲੋਕੀ ਗੰਭੀਰ ਹੋ ਗਏ ਔਰ ਸੋਚਣ ਲਈ ਮਜਬੂਰ ਹੋ ਗਏ ਕਿ ਜੋ ਗੁਰੂ ਬਾਬਾ ਜੀ ਨੇ ਗੱਲ ਕਹੀ ਹੈ ਇਹ ਸਹੀ ਹੈ। ਹਾਂਜੀ ਹਾਂਜੀ ਭਾਜੀ, ਆਪਾਂ ਹੁਣ ਸੱਚੇ ਪਾਤਸ਼ਾਹ ਦੇ ਧਿਆਨ ਵਿੱਚ ਆਈਏ। ਆਨੰਦਪੁਰ ਵਿੱਚ ਜਿਹੜਾ ਕਹਿੰਦੇ ਹਨ ਕਿ ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮੈਲ ਪਛਾਨਾ, ਨਾਨਕ ਵੈਸਾਖੀ ਪ੍ਰਭ ਪਾਵੇ,
ਸੁਰਤ ਸ਼ਬਦ ਮਨ ਮਨ। ਵਾਹ ਜਿਹੜੀ ਸੁਰਤ ਹੈ ਆਪਣੀ ਸ਼ਬਦ ਨਾਲ ਗੁਰੂ ਦੇ ਪਿਆਰ ਵਿੱਚ ਭਿੱਜਿਆ ਹੀ ਹੈ। ਕਹਿੰਦੇ ਹਨ ਕਿ ਮੈਨੂੰ ਸਾਖੀ ਯਾਦ ਆਈ ਹੈ ਇੱਥੇ ਭਾਜੀ, ਕਹਿੰਦੇ ਹਨ ਕਿ ਸਤਲੁਜ ਦਾ ਕੰਢਾ ਸੀਗਾ, ਬਹੁਤ ਬੇੜੀਆਂ ਸਨ ਉਹਦੇ ਵਿੱਚ। ਬੇੜਿਆਂ ਦੇ ਮਲਾ ਸਤਿਗੁਰ ਦੀਆਂ ਜਿਹੜੀਆਂ ਸੰਗਤਾਂ ਸਤਿਗੁਰ ਨੂੰ ਮਿਲਣ ਜਾਂਦੀਆਂ ਸਨ, ਸੱਚੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਤਲੁਜ ਦਾ ਪਾਰ ਕਰਕੇ ਜਾਂਦੀਆਂ ਸਨ, ਤੇ ਬੇੜੀਆਂ 'ਚ ਬੈਠ ਕੇ ਜਾਂਦੀਆਂ ਸਨ। ਤੇ ਬੇੜੀਆਂ ਵਿੱਚ ਬੈਠੇ ਇੱਥੇ ਇੱਕ ਛੋਟਾ ਜਿਹਾ ਗਰੀਬ ਜਿਹਾ ਨਿਮਾਣਾ ਜਿਹਾ ਰੁਕਮਦੀਨ ਸੈਦਾ ਸੀਗਾ ਜਿਸ ਦਾ ਨਾਮ। ਉਹ ਵੀ ਬੜੀ ਪਿਆਰ ਸ਼ਰਧਾ ਨਾਲ ਉਹਦੇ ਕੋਲ ਵੀ ਬੇੜੀ ਸੀ, ਪਰ ਉਸਦੀ ਬੇੜੀ ਦੀ ਹਾਲਤ ਖਸਤਾ ਹਾਲਤ ਸੀ। ਤਾਂ ਜਿਹੜੇ ਉਹਦੇ ਨਾਲ ਦੇ ਮਲਾਹ ਸਨ ਸਾਰੇ ਉਸ ਵੱਲ ਦੇਖਦੇ ਸਨ, ਕਹਿੰਦੇ ਸਨ ਕਿ ਤੇਰੀ ਬੇੜੀ ਇੰਨੀ ਖਰਾਬ ਦੀ ਹਾਲਤ ਹੈ ਇਸ ਦੀ ਕਿ ਤੇਰੇ ਵਿੱਚ ਕੋਈ ਨਹੀਂ ਬੈਠੇਗਾ। ਪਰ ਫਿਰ ਵੀ ਜਦੋਂ ਵੀ ਇੱਕ ਦੋ ਸਵਾਰੀਆਂ ਉਸ ਨੂੰ ਮਿਲ ਜਾਂਦੀਆਂ ਤਾਂ ਸਵਾਰੀਆਂ ਜਦੋਂ ਬੈਠ ਕੇ ਗੁਰੂ ਦੇ ਦਰਸ਼ਨਾਂ ਨੂੰ ਜਾਂਦੀਆਂ ਸਨ ਤਾਂ ਸ਼ਬਦ ਪੜ੍ਹਦੀਆਂ ਜਾਂਦੀਆਂ ਸਨ। ਕਿਹੜਾ? ਕਹਿੰਦੇ ਸਨ, ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ। ਇਹ ਜੋ ਸ਼ਬਦ ਸੀ ਨਾ, ਜਦੋਂ ਭਾਈ ਸਿੱਧੇ ਹੁਣਾਂ ਨੇ ਸੁਣਨਾ ਤਾਂ ਉਹਨਾਂ ਨੇ ਵੀ ਹੌਲੀ ਹੌਲੀ ਪਿਆਰ ਗੁਰੂ ਵੱਲ ਨੂੰ, ਖਿੱਚ ਗੁਰੂ ਵੱਲ ਦੀ, ਗੁਰੂ ਦੇ ਦਰਸ਼ਨਾਂ ਦੀ ਤਾਂ ਉਹਨਾਂ ਦੇ ਮਨ ਵਿੱਚ ਪੈਦਾ ਹੋ ਜਾਂਦੀ ਸਨ। ਤਾਂ ਇਸ ਤਰ੍ਹਾਂ ਕਰਦੇ ਕਰਦੇ ਕਹਿੰਦੇ ਹਨ ਕਿ ਇੱਕ ਦਿਨ ਉਹਨੇ ਪੁੱਛਿਆ ਕਿ ਤੁਸੀਂ ਇਹ ਬਾਣੀ ਜਿਹੜੀ ਪੜ੍ਹਦੇ ਹੋ ਕਿਹਨੂੰ ਯਾਦ ਕਰਦੇ ਹੋ? ਤਾਂ ਦੱਸਦੇ ਹਨ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੀਆਂ ਹਾਂ। ਤਾਂ ਬਸ ਉਸ ਦਿਨ ਤੋਂ ਹੀ ਸਿੱਧੇ ਹੋਣਾ ਨੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ, ਜਿਸ ਤਰ੍ਹਾਂ ਗੁਰ ਕੀ ਮੂਰਤ ਮਨ ਮੈਂ ਧਿਆਨ। ਇਹ ਜੋ ਸ਼ਬਦ ਦੀ ਉਹਨਾਂ ਨੇ ਮੂਰਤ ਆਪਣੇ ਮਨ ਵਿੱਚ ਐਸੇ ਪਿਆਰ ਨਾਲ ਰੱਖ ਲਈ ਕਿ ਬਸ ਉਹ ਯਾਦ ਕਰਦੇ ਸਨ ਕਿ ਮੈਨੂੰ ਵੀ ਕਿਤੇ ਦਰਸ਼ਨ ਹੋ ਜਾਣ। ਬਸ ਐਸਾ ਪਿਆਰ ਗੁਰੂ ਦੇ ਨਾਲ, ਕਹਿੰਦੇ ਹਨ ਕਿ ਇੱਕ ਦਿਨ ਬੈਠੇ ਸਨ, ਐਸੀ ਉਹਨਾਂ ਦੀ ਸੁਰਤ ਲੱਗੀ ਕਿ ਅਨੰਦਪੁਰ ਸਾਹਿਬ ਗੁਰੂ ਦੇ ਚਰਨਾਂ 'ਚ ਪਹੁੰਚ ਗਈ ਭਾਈ ਸਿੱਧ ਉਹਨਾਂ ਦੀ। ਉਧਰ ਗੁਰੂ ਸੱਚੇ ਪਾਤਸ਼ਾਹ ਬੈਠੇ ਸਨ, ਦੀਵਾਨ ਸਜਿਆ ਹੋਇਆ ਸੀ। ਐਸੀ ਖਿੱਚ ਉਹਨਾਂ ਨੇ ਪਾਈ ਚਰਨਾਂ ਵਿੱਚ ਕਿ ਗੁਰੂ ਜੀ ਪ੍ਰੇਮ ਦੀ ਤਾਰ ਜਦੋਂ ਗੁਰੂ ਦੇ ਅੰਦਰ ਵੱਜੀ ਨਾ, ਗੁਰੂ ਜੀ ਉੱਠ ਕੇ ਖੜੋ ਗਏ। ਕਹਿੰਦੇ ਸਨ, ਭਾਈ ਦਇਆ ਜੀ ਜਲਦੀ ਕਰੋ, ਮੇਰਾ ਘੋੜਾ ਲਿਆਓ, ਅਸੀਂ ਸਤਲੁਜ ਦੇ ਕੰਢੇ ਜਾਣਾ ਹੈ। ਸੋ ਇਸ ਤਰ੍ਹਾਂ ਕਰਦੇ ਕਰਦੇ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ ਕਿ ਗੁਰੂ ਜੀ ਅੱਜ ਕੰਢੇ ਤੇ ਕੀ ਕਰਨ ਜਾਣਾ ਹੈ। ਪਰ ਸਾਰੀਆਂ ਬੇੜੀਆਂ ਜਦੋਂ ਉੱਥੇ ਪਹੁੰਚੇ, ਬੇੜੀਆਂ ਦੇ ਮਲਾਹ ਖੁਸ਼ ਹੋ ਗਏ ਕਿ ਹੁਣ ਗੁਰੂ ਜੀ ਸੰਗਤਾਂ ਆਈਆਂ ਹਨ ਨਾਲ ਸਾਡੀ ਬੇੜੀ 'ਚ ਬੈਠੋਗੇ, ਕੋਈ ਕਵੇ ਸਾਡੀ ਬੇੜੀ 'ਚ ਬੈਠੋਗੇ। ਪਰ ਸਿੱਧੇ ਹੋਣੀ ਬੇੜੀ ਵਿੱਚ ਬੈਠੇ ਸਨ, ਪਰ ਸੁਰਤ ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜੁੜੀ ਹੋਈ ਸੀ ਕਿ ਬੇੜੀ ਥੋੜੀ ਅੱਗੇ ਸੀ, ਇੱਕ ਪਾਸੇ ਨੂੰ ਹੋਈ ਹੋਈ ਸੀ। ਤਾਂ ਗੁਰੂ ਜੀ ਦੀ ਜਿਹੜੀ ਕਿਰਪਾ ਦੀ ਦ੍ਰਿਸ਼ਟੀ, ਕਹਿੰਦੇ ਹਨ ਕਿ ਉਹ ਸਿੱਧੇ ਨੂੰ ਲੱਭ ਰਹੇ ਸਨ। ਜਦੋਂ ਉਹਨਾਂ ਨੇ ਸਿੱਧੇ ਵੱਲ ਦੇਖਿਆ, ਦੂਰ ਬੇੜੀ ਸੀਗੀ, ਤਾਂ ਆਵਾਜ਼ ਮਾਰੀ, ਸਿੱਧਿਆ ਅੱਖਾਂ ਖੋਲ, ਅਸੀਂ ਆ ਗਏ ਹਾਂ। ਤਾਂ ਸਿੱਧੇ ਉਹਨਾਂ ਨੂੰ ਉਹੀ ਮੂਰਤ ਜਿਹੜੀ ਉਹਨੇ ਮਨ ਵਿੱਚ ਤਾਈ ਸੀ, ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ, ਜਦੋਂ ਕਹਿੰਦੇ ਹਨ ਪਿਆਰ ਨਾਲ ਅੱਖਾਂ ਖੋਲੀਆਂ ਤਾਂ ਉਹੀ ਗੁਰੂ ਦੇ ਦਰਸ਼ਨ ਕੀਤੇ, ਗਦ ਗਦ ਹੋ ਗਿਆ। ਸੱਚੇ ਪਾਤਸ਼ਾਹ ਕਹਿੰਦੇ ਹਨ, ਸਿੱਧਿਆ ਬੇੜੀ 'ਚ ਬਿਠਾ। ਬੇੜੀ 'ਚ ਬੈਠੇ, ਉਹਨਾਂ ਦੇ ਨਾਲ ਸੰਗਤਾਂ ਗੁਰੂ ਦੀਆਂ ਬੈਠੀਆਂ ਸਨ। ਬੇੜੀ 'ਚ ਬੈਠ ਕੇ ਤਾਂ ਜਿਹੜਾ ਭਾਈ ਸਿੱਧੇ ਹੋਣੀ ਸੀ ਨਾ, ਉਹ ਗੁਰੂ ਜੀ ਵੱਲ ਇੱਕ ਟਕ ਦੇਖਦੇ ਰਹੇ। ਗੁਰੂ ਜੀ ਕਹਿੰਦੇ ਹਨ, ਕੀ ਗੱਲ ਹੈ ਸਿੱਧਿਆ, ਬੇੜੀ ਨੂੰ ਚੱਪੂ ਲਾ, ਆਪਣੀ ਸੈਰ ਕਰਾ ਸਾਨੂੰ ਸਤਲੁਜ ਦੀ। ਪਰ ਉਹ ਦਰਸ਼ਨ ਦੀ ਪਿਆਸ ਵਿੱਚ ਉਹ ਗੁਰੂ ਜੀ ਵੱਲ ਬਸ ਪਿਆਰ ਨਾਲ ਦੇਖੀ ਜਾਂਦੇ ਸਨ। ਹੌਲੀ ਹੌਲੀ ਕਹਿੰਦੇ ਹਨ ਕਿ ਚੱਪੂ ਲਗਾ ਕੇ ਬੇੜੀ ਨੂੰ ਕਦੇ ਉੱਧਰ ਲੈ ਕੇ ਜਾਂਦੇ ਹਨ, ਕਦੇ ਦੂਜੇ ਪਾਸੇ ਲੈ ਕੇ ਜਾਂਦੇ ਹਨ। ਫਿਰ ਸਤਿਗੁਰ ਸੱਚੇ ਪਾਤਸ਼ਾਹ ਪੁੱਛਦੇ ਹਨ, ਸਿੱਧਿਆ ਕੀ ਗੱਲ ਹੈ, ਬੇੜੀ ਕਿਨਾਰੇ ਨਹੀਂ ਲਾਉਣੀ? ਤਾਂ ਭਾਈ ਸਿੱਧੇ ਹੋਣੀ ਕਹਿੰਦੇ, ਸੱਚੇ ਪਿਤਾ ਜੇ ਕਿਨਾਰੇ ਲਾ ਦਿੱਤੀ ਤੁਸੀਂ ਉਤਰ ਕੇ ਚਲ ਜਾਓਗੇ, ਮੇਰੀ ਤਾਂ ਹਾਲੇ ਪਿਆਸ ਨਹੀਂ ਬੁਝੀ ਤੁਹਾਨੂੰ ਦੇਖ ਦੇਖ ਕੇ ਦਰਸ਼ਨ। ਸੋ ਇਸ ਤਰ੍ਹਾਂ ਕਰਦੇ ਕਰਦੇ ਗੁਰੂ ਜੀ ਬੜੇ ਪਸੰਦ ਹੋਏ ਉਸ 'ਤੇ। ਉਹਨਾਂ ਨੇ ਆਪਣੇ ਜੋ ਵੀ ਕਹਿੰਦੇ ਸਨ ਕਿ ਜੋ ਵੀ ਉਹਨਾਂ ਦੇ ਮਾਇਆ ਸੀ, ਜੇਬ ਵਿੱਚ ਜੋ ਵੀ ਸੀ ਦਿੱਤੀ ਕਿ ਸਿੱਧਿਆ ਆਹ ਲੈ, ਤੇਰਾ ਘਰ ਗੁਜ਼ਾਰਨ ਹੋ ਜਾਏਗਾ। ਪਰ ਨਹੀਂ, ਸਿੱਧੇ ਉਹਨਾਂ ਨੇ ਨਹੀਂ ਲਈ। ਕਹਿੰਦੇ, ਸੱਚੇ ਪਾਤਸ਼ਾਹ ਮੈਂ ਤਾਂ ਮਲਾਹ ਹਾਂ, ਮੈਂ ਸੰਗਤਾਂ ਨੂੰ ਇੱਕ ਪਾਸਿਓਂ ਦੂਜੇ ਕਿਨਾਰੇ ਲਿਜਾਂਦਾ ਹਾਂ, ਪਰ ਤੁਸੀਂ ਵੀ ਮਲਾਹ ਹੋ। ਕਹਿੰਦੇ ਤੁਸੀਂ, ਮੈਂ ਸੁਣਿਆ ਹੈ ਤੁਸੀਂ ਭਵਜਲ ਪਾਰ ਕਰਾਉਂਦੇ ਹੋ, ਲੋਕ ਪਰਲੋਕ ਤੁਹਾਡਾ ਤੁਸੀਂ ਸਵਾਰ ਦਿੰਦੇ ਹੋ। ਸੱਚੇ ਪਿਤਾ ਮੈਂ ਇਹ ਪੈਸੇ ਨਹੀਂ ਲੈਣੇ, ਪਰ ਜੇ ਇਸ ਤਰ੍ਹਾਂ ਹੋਵੇ ਤੁਸੀਂ ਮੈਨੂੰ, ਜਦੋਂ ਹੁਣ ਤੁਸੀਂ ਆਏ ਹੋ, ਕਹਿੰਦਾ ਕਿ ਮੈਂ ਤੁਹਾਨੂੰ ਦੂਜੇ ਕਿਨਾਰੇ ਲਗਾਇਆ ਹੈ। ਕਹਿੰਦਾ ਜਦੋਂ ਮੈਂ ਆਵਾਂ, ਸੱਚੇ ਪਿਤਾ ਜਦੋਂ ਮੈਂ ਆਵਾਂ ਮੈਨੂੰ ਵੀ ਤੁਸੀਂ ਭਵਜਲ ਤੋਂ ਪਾਰ ਲਗਾ ਦਿਓ। ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ। ਇਹ ਜੋ ਸਿੱਖੀ ਹੈ ਨਾ, ਇਹ ਨਾਮਦਾਨ ਗੁਰੂ ਪਿਆਰ ਦਾ ਭੁੱਖਾ ਹੈ, ਕੌਡੀ ਅਗਰ ਭਾਗ ਰੱਖੇ। ਗੁਰੂ ਨੂੰ ਪਿਆਰ ਚਾਹੀਦਾ ਹੈ। ਸੋ ਇਸ ਤਰ੍ਹਾਂ ਕਹਿੰਦੇ ਹਨ ਕਿ ਸਿੱਧੇ ਨੂੰ ਉਹਨਾਂ ਨੇ
ਗੱਲ ਨਾਲ ਲਾ ਲਿਆ। ਕਹਿੰਦੇ ਹਨ, ਸੇਧਿਆ ਤੇਰੀਆਂ ਅਰਜ਼ਾਂ ਨਿਆਰੀਆਂ ਹਨ। ਗੁਰੂ ਜੀ ਦੇ ਨਾਲ ਕਹਿੰਦੇ ਹਨ ਕਿ 21 ਸਿੱਖ ਆਏ ਹੋਏ ਸਨ, ਜਿਹੜੇ 21 ਸਿੱਖ ਜਿਹੜੀ ਬੇੜੀ 'ਚ ਬੈਠੇ ਸਨ, ਤੇ ਗੁਰੂ ਜੀ ਨੇ ਫਰਮਾਇਆ, ਕਹਿੰਦੇ ਹਨ ਕਿ ਸੇਧਿਆ ਤੂੰ 21 ਸਿੱਖਾਂ ਨੂੰ ਪਾਰ ਕਰਾਇਆ ਹੈ, ਤੇਰੀਆਂ 21 ਕੁਲਾਂ ਤਾਰੀਆਂ, ਤੇਰੀਆਂ 21 ਕੁਲਾਂ ਤਾਰੀਆਂ। ਸੋ ਲੋਕ ਸੁਖੇ ਪਰ ਲੋਕ ਸੁਵੇਲੇ, ਨਾਨਕ ਹਰ ਆਪੇ ਮਿਲੇ। ਇਹ ਹਨ ਸੱਚੇ ਪਿਤਾ ਜੋ ਪਿਆਰ ਦੇ ਭੁੱਖੇ ਹਨ, ਪਾਓ ਭਗਤ ਦਾ ਭੁੱਖਾ ਹੈ ਸੱਚੇ ਪਾਤਸ਼ਾਹ। ਕਹਿੰਦੇ ਹਨ ਕਿ ਐ ਸਿੱਖਾ ਤੂੰ ਸਿੱਖੀ ਧਾਰ, ਸਿੱਖੀ ਬਾਰੇ ਸੋਚ ਵਿਚਾਰ। ਐ ਸਿੱਖਾ ਤੂੰ ਸਿੱਖੀ ਧਾਰ, ਸਿੱਖੀ ਬਾਰੇ ਸੋਚ ਵਿਚਾਰ। ਖੰਡਿਓ ਤਿੱਖੀ ਨਾਲੋਂ ਨਿੱਕੀ, ਸਿੱਖੀ ਦੇ ਖੰਡੇ ਦੀ ਤਾਰ। ਅੰਮ੍ਰਿਤ ਹੈ ਇਹ ਦਾਤ ਇਲਾਹੀ, ਅੰਮ੍ਰਿਤ ਹੈ ਇਹ ਦਾਤ ਇਲਾਹੀ। ਵਿਰਲਾ ਜਾਣੇ ਇਸ ਦੀ ਸਾਰ, ਕਲਗੀਆਂ ਵਾਲੇ ਬਖਸ਼ਿਸ਼ ਕਰਕੇ ਕੀਤੀ ਕਿਰਪਾ ਬਹੁਤ ਅਪਾਰ। ਗੁਰਸਿੱਖੀ ਦੇ ਅਮਲ ਕਮਾਉਣਾ, ਗੁਰਸਿੱਖੀ ਤੇ ਅਮਲ ਕਮਾਉਣਾ, ਇਹ ਹੈ ਸਭ ਤੋਂ ਕਰੜੀ ਸਾਰ। ਸੀਸ ਵਾਰ ਕੇ ਬਚਨ ਨਿਭਾਉਣਾ, ਅਸਲੀ ਸਿੱਖਾਂ ਦਾ ਸ਼ਿੰਗਾਰ। ਸੀਸ ਵਾਰ ਕੇ ਬਚਨ ਨਿਭਾਉਣਾ, ਅਸਲੀ ਸਿੱਖਾਂ ਦਾ ਸ਼ਿੰਗਾਰ। ਇਹ ਹੈ ਸ਼ਿੰਗਾਰ ਸੱਚੇ ਪਾਤਸ਼ਾਹ। ਹਾਂਜੀ ਭਾਜੀ। ਵਾਹ ਜੀ ਵਾਹ। ਆਪਾਂ ਸਾਰੇ ਅਰਦਾਸ ਕਰਦੇ ਹਾਂ, ਆਪਾਂ ਸਾਰੇ ਇੱਕ ਪਰਮਾਤਮਾ ਤੇ ਯਕੀਨ ਕਰਦੇ ਹਾਂ। ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਅਰਦਾਸ ਕਰਦੇ ਹੋਏ ਦੇਖਿਆ। ਜਦੋਂ ਉਹਨਾਂ ਦੇ ਮੂੰਹੋਂ ਬਚਨ ਸੁਣੇ ਤਾਂ ਮੈਂ ਹੈਰਾਨ ਹੋ ਗਿਆ ਕਿ ਇੱਕ ਪਰਮਾਤਮਾ ਵਿੱਚ ਇਹੋ ਜਿਹਾ ਯਕੀਨ। ਕਹਿਣ ਲੱਗੇ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਹੇ ਪਰਮਾਤਮਾ, ਜਦੋਂ ਤੋਂ ਮੈਂ ਤੇਰੇ ਪੈਰ ਫੜਿਆ ਨਾ, ਮੈਂ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦਾ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ। ਇਹ ਸਾਰੇ ਮਤ ਜੋ ਵੀ ਕਹਿੰਦੇ ਹਨ ਆਪਣੀ ਥਾਂ ਠੀਕ ਹਨ, ਲੇਕਿਨ ਮੈਂ ਤਾਂ ਸਿਰਫ ਇੱਕ ਤੈਨੂੰ ਜਾਣਦਾ ਹਾਂ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ। ਫਿਰ ਸਿਮਰਤ ਸ਼ਾਸਤਰ ਵੇਦ ਸਭ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। 18 ਸਿਮਰਤੀਆਂ, ਸ਼ਾਸਤਰ ਅਤੇ 4 ਵੇਦ, ਇਹ ਜੋ ਕੁਝ ਵੀ ਕਹਿੰਦੇ ਹਨ ਆਪਣੀ ਥਾਂ ਠੀਕ ਆ, ਲੇਕਿਨ ਮੈਂ ਇਹਨਾਂ ਨੂੰ ਨਹੀਂ ਜਾਣਦਾ। ਮੈਂ ਕਿਹਨੂੰ ਜਾਣਦਾ ਹਾਂ? ਸਿਰਫ ਤੈਨੂੰ। ਔਰ ਫਿਰ ਅਖੀਰ ਤੇ ਕਹਿੰਦੇ ਹਨ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੀਂ ਬਖਾਨਿਓ। ਆ ਜਿਹੜੀ ਮੈਂ ਗੱਲ ਕਹੀ ਆ, ਇਹ ਮੈਂ ਤੇਰੀ ਕਿਰਪਾ ਨਾਲ ਕਹੀ ਆ। ਮੈਂ ਹੋਰ ਤਾਂ ਕੁਝ ਜਾਣਦਾ ਨਹੀਂ, ਸਿਰਫ ਤੈਨੂੰ ਅਤੇ ਸਿਰਫ ਤੈਨੂੰ ਜਾਣਦਾ। ਇੱਕ ਥਾਂ ਹੋਰ ਅਰਦਾਸ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਹੋਰ ਗੱਲ ਕਹਿੰਦੇ ਹਨ। ਕਹਿੰਦੇ, ਰਹੇ ਸ਼ਿਵਾ ਬਰਮੁਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। O Lord, grant me this blessing that I may never refrain from righteous acts. ਨਾ ਡਰੋ ਵਾਰਸੋਂ ਜਬ ਜਾਏ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ। May I fight all enemies without fear and with firm determination claim victory. ਅਰ ਸਿੱਖੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤਉ ਚਰੋ। May your instruction of glory guide my mind, and my highest ambition be to sing your praises. जब आव कियोद निधान बने, अत ही रण में तब जूझ मारो. And when the time comes for this mortal life to end, may I die on the battlefield fighting courageously. ਵੈਸਾਖੀ ਜਿੱਥੇ ਅਸੀਂ ਧਾਰਮਿਕ ਰੰਗ ਮਨਾਉਂਦੇ ਹਾਂ, ਮੈਨੂੰ ਕਹਿਣ ਦਾ ਮੌਕਾ ਦਿਓ ਕਿ ਵੈਸਾਖੀ ਦੇ 2 ਰੂਪ ਹਨ, 2 ਪੱਖ ਹਨ, 2 ਪਹਿਲੂ ਹਨ। ਪਹਿਲਾ ਹੈ ਧਾਰਮਿਕ। ਵੈਸਾਖੀ ਧਾਰਮਿਕ ਵੀ ਹੈ, ਜੇ ਅਸੀਂ ਵੈਸਾਖੀ ਗੁਰਪੁਰਬ ਕਹਿੰਦੇ ਹਾਂ। ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ 1699 ਨੂੰ ਜੋ ਅਲੌਕਿਕ ਚਮਤਕਾਰ ਕੀਤਾ, ਸਿੱਖ ਕੌਮ ਨੂੰ ਇੱਕ ਨਵਾਂ ਰੂਪ ਦਿੱਤਾ। 5 ਕਕਾਰਾਂ ਦੇ ਨਾਲ 5 ਪਿਆਰਿਆਂ ਨੂੰ ਆਪਣੀ ਸ਼ਕਤੀ ਦਿੱਤੀ, ਲੋਕ ਰਾਜ ਦੀ ਸ਼ੁਰੂਆਤ ਕੀਤੀ। ਕਨਈਆ ਜੀ ਨੂੰ ਮਲਮ ਦੀ ਪੱਟੀ ਦੇ ਕੇ ਕਿਹਾ, ਰੈੱਡ ਕਰਾਸ ਦਾ ਪਤਾ ਨਹੀਂ ਕਦੋਂ ਚੱਲਣਾ, ਆਓ ਅਸੀਂ ਰੈੱਡ ਕਰਾਸ ਦੀ ਸ਼ੁਰੂਆਤ ਕਰਦੇ ਹਾਂ। ਰੈੱਡ ਕਰਾਸ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਹੁੰਦੀ ਹੈ। 14 ਧਰਮ ਯੁੱਧ ਕੀਤੇ ਗੁਰੂ ਗੋਬਿੰਦ ਸਿੰਘ ਨੇ, ਸਾਰਿਆਂ ਵਿੱਚ ਜਿੱਤ ਪ੍ਰਾਪਤ ਕੀਤੀ।
ਜਨਰਲ ਬੂਥ ਦੀ ਇੱਕ ਲਾਈਨ ਯੂਨੀਵਰਸਿਟੀ ਵਿੱਚ ਕਿਤੇ ਪੜ੍ਹੀ ਸੀ, ਮੈਨੂੰ ਥੋੜੀ ਜਿਹੀ ਯਾਦ ਹੈ। ਤੁਸੀਂ ਉਹਨੂੰ ਸੋਧ ਕੇ ਆਪਣੇ ਖਜ਼ਾਨੇ ਵਿੱਚ ਪਾ ਲਿਓ। ਜਿੰਨੀ ਕੁ ਮੈਨੂੰ ਯਾਦ, ਮੈਂ ਤੁਹਾਡਾ ਜਨਰਲ ਬੂਥ ਲਿਖਦਾ ਹੈ, had Guru Gobind Singh been born in England, even Bricks could have known his birthday। ਜੇ ਕਿਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੰਗਲੈਂਡ ਵਿੱਚ ਪੈਦਾ ਹੁੰਦੇ ਤਾਂ ਇੱਥੋਂ ਦੀ ਇੱਟ ਉਹਨਾਂ ਦਾ ਜਨਮ ਦਿਨ ਮਨਾਉਂਦੀ। ਠੀਕ ਹੈ। ਵਿਸਾਖੀ ਦਾ ਦੂਜਾ ਪੱਖ ਹੈ ਸਮਾਜਿਕ ਵਿਸਾਖੀ ਮੇਲਾ। ਇੱਕ ਹੈ ਜੋੜ ਮੇਲਾ। ਨੋਟ ਕਰਨਾ, ਵਿਸਾਖੀ ਜੋੜ ਮੇਲਾ ਉਹ ਧਾਰਮਿਕ ਪੱਖ ਹੈ, ਅਤੇ ਦੂਸਰਾ ਪੱਖ ਹੈ, ਦੂਸਰਾ ਪਹਿਲੂ ਹੈ। ਲਾਲਾ ਧਨੀ ਰਾਮ ਚਾਤਰ ਪੰਜਾਬੀ ਦਾ ਮਹਾਨ ਸ਼ਾਇਰ, ਮਹਾਨ ਕਵੀ ਲਿਖਦਾ ਹੈ, ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ, ਮਾਲ ਢਾਂਡਾ ਸਾਂਭਣੇ ਨੂੰ ਕਾਮਾ ਛੱਡ ਕੇ, ਪੱਗ ਝੱਗਾ ਚਾਦਰ ਨਵਾਂ ਸਿਵਾਈ ਕੇ, ਸਮਾਂ ਵਾਲੀ ਡਾਂਗ ਉੱਤੇ ਤੇਲ ਲਾਏ ਕੇ, ਕੱਛੇ ਮਾਰ ਵੰਜਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਤੁਸੀਂ ਸੋਚਦੇ ਹੋਵੋਗੇ ਕਿ ਮੈਨੂੰ ਇਹ ਲਾਈਨਾਂ ਕਿਉਂ ਯਾਦ ਆ। ਇਹ ਲਾਈਨਾਂ 7ਵੀਂ ਕਲਾਸ ਦੀ ਕਿਤਾਬ ਸਾਹਿਤ ਭੂਸ਼ਣ ਵਿੱਚ ਮੈਂ ਪੜ੍ਹੀਆਂ ਸੀ। ਸਾਡੇ ਅਜੜਾਮ ਦੇ ਪੰਜਾਬੀ ਟੀਚਰ ਸੀ ਸਰਦਾਰ ਸੇਵਾ ਸਿੰਘ ਅਜੜਾਮ, ਦੂਜੇ ਪੰਜਾਬੀ ਟੀਚਰ ਸੀਗੇ ਸਰਦਾਰ ਪਿਆਰਾ ਸਿੰਘ ਜੀ ਪਧਿਆਣਾ। ਮੈਂ ਅੱਜ ਵੀ ਯਾਦ ਕਰਦਾ ਕਿ ਉਹ ਸਾਡੇ ਟੀਚਰ ਨਹੀਂ ਸੀ, ਬਲਕਿ ਚਲਦੀ ਫਿਰਦੀ ਲਾਇਬ੍ਰੇਰੀਆਂ ਸੀ ਦੋਨੋਂ ਟੀਚਰ। ਇਹ ਉਹਨਾਂ ਦੇ ਚੰਡੇ ਹੋਏ ਅਸੀਂ ਅੱਜ ਇੱਥੇ ਤੱਕ ਪਹੁੰਚ ਗਏ ਆ। ਇਹ ਉਹ ਬੋਲ ਰਹੇ ਆ, ਮੈਂ ਨਹੀਂ ਬੋਲ ਰਿਹਾ। ਲਾਲਾ ਧਨੀ ਰਾਮ ਚਾਤਰਿਕ ਦੀ ਕਵਿਤਾ ਥੋੜੀ ਜਿਹੀ ਹੋਰ ਤੁਹਾਨੂੰ ਸੁਣਾਉਣਾ। ਹਾਣੀਆਂ ਦੀ ਹਾਣੀ ਵਿੱਚ ਲਾੜਾ ਸੱਜਦਾ, ਬੱਗ 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 ਬੋਲੇ ਸ਼ੇਰ ਗੱਜਦਾ, ਹੀਰੇ ਨੂੰ ਅਰਕ ਨਾਲ ਹੁੱਜਾ ਮਾਰਦਾ, ਸੈਨਤਾਂ ਨਾਲ ਰਾਮੂ ਨੂੰ ਵੰਗਾਰਦਾ, ਚੰਗੀ ਜਹੀ ਸੱਦ ਲਾਵੇ ਬੱਲੇ ਬੇਲੀਆ, ਤੂੰਬਾ ਜਰਾ ਖੋਲ ਖਾਂ ਜਵਾਨਾ ਤੇ ਲਿਆ, ਸਰੂ ਵਾਂਗ ਝੂਲ ਵੰਜਲੀ ਸੁਣਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਆਖਰੀ ਲਾਈਨਾਂ, ਤੂੰਬੇ ਨਾਲ ਭਾਂਤ ਭਾਂਤ ਬੋਲ ਬੋਲੀਆਂ, ਹੜ ਵਿੱਚ ਜੱਟਾਂ ਨੇ ਮਨਾਈਆਂ ਹੋਲੀਆਂ, ਛਿੰਝ ਦੀ ਤਿਆਰੀ ਹੋਈ ਢੋਲ ਵੱਜਦੇ, ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ, ਲਿਸ਼ਕਦੇ ਨੇ ਪਿੰਡੇ ਗੁੰਨੇ ਹੋਏ ਤੇਲ ਦੇ, ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲ ਦੇ, ਕਿਸੂ ਨੂੰ ਸੁਰੈਣਾ। ਭਾਈ ਵਾਹ, ਕਿੰਨੇ ਪੇਂਡੂ ਨਾਂ ਦਿਲ ਨੂੰ ਛੋ ਜਾਣ ਵਾਲੇ। ਕਿਸੂ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਕਿਆ ਬਾਤਾਂ ਨੇ ਜੀ। 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਦੋਂ ਇਹ ਗੱਲ ਕਹੀ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਾਨ ਗੁਰ ਸੰਗਤ ਸਗਲ ਸੰਭਾਲੇ। ਤੁਹਾਨੂੰ ਪਤਾ ਕਿ ਉਹ ਦਿਨ ਕਿਹੜਾ ਸੀ? ਉਹ ਵਿਸਾਖੀ ਦਾ ਦਿਨ ਸੀ। ਵਿਸਾਖੀ ਵਾਲੇ ਦਿਨ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇਹ ਬਚਨ ਕਿਹਾ ਸੀ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਾਨ ਗੁਰ ਸੰਗਤ ਸਗਲ ਸੰਭਾਲੇ। ਸੋ ਪੰਜ ਆਪ ਦੇ ਸੋਹਣੇ ਦੇਸ਼ ਵਿੱਚ ਅੱਜ ਤੋਂ ਠੀਕ 323 ਸਾਲ ਪਹਿਲਾਂ ਸਨ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਕਮਾਲ ਕੀਤਾ ਸੀਗਾ ਖਾਲਸੇ ਨੂੰ ਸਜਾਉਣ ਦਾ। ਵਿਸਾਖੀ ਮੌਸਮੀ ਤਿਉਹਾਰ ਵੀ ਹੈ। ਆਪਾਂ ਪਿੰਡਾਂ ਵਿੱਚ ਜੰਮੇ, ਪਿੰਡਾਂ ਵਿੱਚ ਪਲੇ ਔਰ ਪ੍ਰਵਾਨ ਚੜੇ। ਤੁਹਾਨੂੰ ਇੱਕ ਗੱਲ ਯਾਦ ਹੋਏਗੀ ਪਿੰਡਾਂ ਦੀ, ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਤੇ ਜਗਤ ਮਾਤਾ ਸਾਹਿਬ ਕੌਰ, ਉਹਨਾਂ ਦੇ ਪਿਤਾ ਹਰਦਾਸ ਜੀ ਲਾਹੌਰ ਤੋਂ ਆਏ ਅਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ। ਤਾਂ ਜਦੋਂ ਉਹ ਪਹੁੰਚੇ ਤਾਂ ਉਹ ਵਿਸਾਖੀ ਦਾ ਦਿਨ ਸੀ, ਜਦੋਂ ਇਹ ਰਿਸ਼ਤਾ ਪ੍ਰਵਾਨ ਕੀਤਾ ਗਿਆ ਔਰ ਕੁੜਮਾਈ ਦੀ ਰਸਮ ਹੋਈ। ਇਹ ਵੀ ਵਿਸਾਖੀ ਦਾ ਦਿਨ ਹੀ ਸੀ। ਸਨ 1978 ਦੀ ਵਿਸਾਖੀ ਹੋਰ ਤਾਂ ਸ਼ਾਇਦ ਕਿਸੇ ਨੂੰ ਭੁੱਲ ਜਾਵੇ, ਲੇਕਿਨ ਮੈਨੂੰ ਨਹੀਂ ਭੁੱਲ ਸਕਦੀ। ਮੇਰਾ ਪਿੰਡ ਬਘਾਣਾ ਹੈ, ਕਪੂਰਥਲੇ ਵਿੱਚ ਪੈਂਦਾ, ਫਗਵਾੜੇ ਦੇ ਲਾਗੇ। ਉੱਥੇ ਨਾਲ ਹੀ ਸਾਡੇ ਤਕਰੀਬਨ 2 ਫਰਲਾਂਗ ਤੇ, ਬਲਕਿ 1 ਫਰਲਾਂਗ ਤੇ ਨਾਲ ਹੀ ਭੁੰਗਰਨੀ ਪਿੰਡ ਹੈ। ਔਰ ਉੱਥੇ ਦਾ ਇੱਕ ਯੰਗਮੈਨ ਸੀ ਸਾਡਾ ਹਾਣੀ, ਇੱਕੋ ਸਾਲ ਦਾ ਸਾਡਾ ਜਨਮ, ਸਾਡਾ ਕਲਾਸ ਫੈਲੋ ਭਾਈ ਪਿਆਰਾ ਸਿੰਘ ਭੁੰਗਰਨੀ, ਜੋ 1978 ਦੇ ਸਿੱਖ ਨਿਰੰਕਾਰੀ ਕਾਂਡ ਦੇ ਵਿੱਚ ਅੰਮ੍ਰਿਤਸਰ ਵਿੱਚ ਸ਼ਹੀਦ ਹੋਇਆ।
ਉਸ ਦੀ ਯਾਦ ਅੱਜ 44 ਸਾਲ ਬਾਅਦ ਵੀ ਸਾਡੇ ਸੀਨੇ ਵਿੱਚ ਉਸੇ ਤਰ੍ਹਾਂ ਸੁਲਗਦੀ ਹੈ। ਜਿਹੜੇ ਲੋਕ ਆਪਣੇ ਧਰਮ ਵਾਸਤੇ, ਆਪਣੇ ਦੇਸ਼ ਵਾਸਤੇ, ਸੱਚ ਵਾਸਤੇ ਆਪਣੀ ਜਾਨ ਦਿੰਦੇ ਹਨ, ਉਹਨਾਂ ਨੂੰ याद रखना ये साडा फर्ज है। मर्द जो कामिल होते हैं उनकी हर बात निराली होती है, हर रोज दोशहरा है उनका, हर रात दिवाली होती है। एक होर छोटी जी गल कर लवां। वैसे तो पिछले 40 साल तो मैं प्रदेश ਵਿੱਚ ਹੀ ਵਿਸਾਖੀ ਮਨਾ ਰਿਹਾ। ਪਹਿਲੇ 3 ਸਾਲ ਤਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਹੋਏ ਲਬਨਾਨ ਵਿੱਚ, ਤੇ 3 ਸਾਲ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਆਏ ਔਰ ਸਾਨੂੰ ਉੱਥੇ ਵਿਸਾਖੀ ਮਨਾਉਣ ਦਾ ਮੌਕਾ ਮਿਲਿਆ। ਤਾਂ ਫਿਰ ਉੱਥੇ ਇੰਗਲੈਂਡ ਵਰਗੀਆਂ ਸਹੂਲਤਾਂ ਨਹੀਂ ਸੀ, ਪਰ ਸਦਕੇ ਜਾਵਾਂ ਲਬਨਾਨ ਦੇ ਸਿੱਖਾਂ ਦੇ 6000 ਸੰਗਤ ਆਈ ਔਰ ਰੈਡੀਮੇਡ ਫੂਡ ਲਿਆ ਕੇ, ਰੈਡੀਮੇਡ ਪ੍ਰਸ਼ਾਦੇ ਸਾਰਾ ਕੁਝ ਲਿਆ ਕੇ 6000 ਸੰਗਤ ਨੂੰ ਲੰਗਰ ਛਕਾਇਆ। ਨਹਿਰੇ ਇਬਰਾਹਿਮ ਗੁਰਦੁਆਰਾ ਸਾਹਿਬ ਲਬਨਾਨ ਦੇ ਵਿੱਚ। ਮੈਂ ਜ਼ੁਬਾਨੀ ਗੱਲਾਂ ਨਹੀਂ ਕਰਦਾ, ਜੇ ਕਿਸੇ ਨੇ ਉਹ ਨਜ਼ਾਰਾ ਦੇਖਣਾ ਹੋਵੇ ਤਾਂ ਮੇਰੇ ਕੋਲ ਉਸ ਟਾਈਮ ਦੀ ਵੀਡੀਓ ਫਿਲਮ ਹੈ, ਉਹ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ। ਇੱਕ ਬੰਦੇ ਨੇ ਜੱਗ ਫੜਿਆ ਹੋਇਆ ਔਰ ਆ ਰਹੀ ਸੰਗਤ ਦੇ ਪੈਰਾਂ ਤੇ ਪਾਣੀ ਪਾ ਕੇ ਪੈਰ ਧੁਆ ਰਿਹਾ ਹੈ। ਮੈਂ ਪਹਿਲੀ ਵਾਰੀ ਲਬਨਾਨ ਵਿੱਚ ਇਹ ਦੇਖਿਆ ਕਿ ਆਈ ਹੋਈ ਸੰਗਤ ਦੇ ਚਰਨ ਧੁਆਏ ਜਾ ਰਹੇ ਹਨ। ਮੈਂ ਇਹ ਨਜ਼ਾਰਾ ਪਹਿਲਾਂ ਕਿਤੇ ਨਹੀਂ ਦੇਖਿਆ। ਖੈਰ, ਔਰ ਇੰਗਲੈਂਡ ਵਿੱਚ 2-3 ਖਾਸ ਗੱਲਾਂ ਹੋਈਆਂ। ਲੋਕਲ ਰੇਡੀਓ ਬ੍ਰੈਡਫੋਰਡ ਵਿੱਚ ਸਾਨੂੰ 300 ਸਾਲਾ ਵਿਸਾਖੀ ਮਨਾਉਣ ਦਾ ਮੌਕਾ ਮਿਲਿਆ। 300 ਸਾਲਾ ਵਿਸਾਖੀ ਯਾਨੀ 1999। 46 ਘੰਟੇ ਪ੍ਰੋਗਰਾਮ ਹੋਇਆ, ਲਾਈਵ ਸ਼ੋਜ਼। ਲੀਡਸ, ਬ੍ਰੈਡਫੋਰਡ, ਹਰਸਪੀਡ ਤੇ ਮਾਨਚੈਸਟਰ ਦੀਆਂ ਸੰਗਤਾਂ ਨੇ ਸਾਥ ਦਿੱਤਾ, ਪ੍ਰਬੰਧਕ ਸੱਜਣਾ ਨੇ ਸਾਥ ਦਿੱਤਾ ਔਰ 46 ਘੰਟੇ ਲਾਈਵ ਪ੍ਰੋਗਰਾਮ ਕਰਕੇ ਸਾਨੂੰ ਇਸ ਗੱਲ ਦਾ ਸੁਭਾਗ ਪ੍ਰਾਪਤ ਹੋਇਆ ਕਿ ਵਿਸਾਖੀ ਜੋ 300 ਸਾਲਾ ਵਿਸਾਖੀ ਸੀ ਉਸ ਨੂੰ ਇਸ ਤਰੀਕੇ ਨਾਲ ਮਨਾਇਆ ਗਿਆ। ਔਰ 2009 ਦੇ ਵਿੱਚ ਇੱਕ ਹੋਰ ਛੋਟੀ ਜਿਹੀ ਗੱਲ ਜੋ ਮੈਨੂੰ ਭੁੱਲ ਨਹੀਂ ਰਹੀ, ਉਹ ਇਹ ਕਿ 2009 ਵਿੱਚ ਲੀਡਸ ਦੇ ਵਿੱਚ ਇੱਕ ਰੇਡੀਓ ਚੱਲਦਾ ਹੈ। ਉੱਥੇ ਮੈਨੂੰ ਇੱਕ ਦਿਨ ਦੇ ਵਿੱਚ 8 ਘੰਟੇ ਸ਼ੋਅ ਕਰਨ ਦਾ ਮੌਕਾ ਮਿਲਿਆ ਔਰ 8 ਘੰਟੇ ਦੇ ਪ੍ਰੋਗਰਾਮ ਸਾਰੇ ਸਪਾਂਸਰ ਸੀਗੇ। ਸਵੇਰੇ 8 ਤੋਂ 2 ਵਜੇ ਤੱਕ 6 ਘੰਟੇ ਦੀ ਪਹਿਲੀ ਸਿਟਿੰਗ ਔਰ 2 ਘੰਟੇ ਚਾਹ ਪਾਣੀ ਵਾਸਤੇ ਲੰਗਰ ਲਈ ਟਾਈਮ ਮਿਲਿਆ। ਤਾਂ ਫਿਰ ਸ਼ਾਮੀ ਫਿਰ 4 ਤੋਂ 6 ਵਜੇ ਇਸ ਰੇਡੀਓ ਦਾ ਬੌਸ, ਪਾਕਿਸਤਾਨੀ ਬੌਸ 160 ਪਾਉਂਡ ਦਾ ਚੈੱਕ ਲੈ ਕੇ ਆਇਆ ਅਤੇ ਆ ਕੇ ਉਹ ਚੈੱਕ ਮੈਨੂੰ ਦੇ ਕੇ ਕਹਿਣ ਲੱਗਾ, ਸਰਦਾਰ ਸਾਹਿਬ, ਮੈਂ ਉਹਦੇ ਲਫ਼ਜ਼ ਲਿਖ ਕੇ ਰੱਖੇ ਹੋਏ ਹਨ ਕਿਉਂਕਿ ਮੈਂ ਹਰ ਰੋਜ਼ ਡਾਇਰੀ ਲਿਖਦਾ। ਕਹਿਣ ਲੱਗਾ, ਮੇਰਾ ਧੰਨਵਾਦ ਕਰਕੇ ਕਹਿਣ ਲੱਗਾ, ਸਰਦਾਰ ਸਾਹਿਬ, ਉਹਦੀ ਪੰਜਾਬੀ ਦੇਖਿਓ, ਸਰਦਾਰ ਸਾਹਿਬ ਤੁਸਾਂ ਤੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਵੇ, ਤੁਸਾਂ ਜਿਉਨੇ ਵਸਨੇ ਰਵੋ। ਤੇ ਮੈਂ ਉਹਦੇ ਜਵਾਬ ਵਿੱਚ ਕੀ ਕਿਹਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਹਾਂਜੀ ਭੈਣ ਜੀ। ਹਾਂਜੀ ਭਾਜੀ, ਬਸ ਹੁਣ ਜਿਹੜੇ ਆਪਾਂ ਵਿਸਾਖੀ ਮਨਾ ਰਹੇ ਹਾਂ, ਖਾਲਸਾ ਪੰਥ ਦਾ ਦਿਵਸ ਮਨਾ ਰਹੇ ਹਾਂ। ਕਹਿੰਦੇ ਹਨ ਕਿ ਆਈ ਵਿਸਾਖੀ ਗੁਰਾਂ ਮੁਖੋਂ ਤੋਂ ਇਹ ਗੱਲ ਆਖੀਏ, ਜਿਹੜਾ ਦਰਸ਼ਨ ਦੀ ਅਭਿਲਾਸੀ ਹੈ ਉਹ ਸਾਨੂੰ ਮੁਖ ਦਿਖਲਾ ਜਾਵੇ, ਘੁੱਟ ਅੰਮ੍ਰਿਤ ਮੂੰਹ ਨੂੰ ਲਾ ਜਾਵੇ। ਉਹ ਸਾਨੂੰ ਮੁਖ ਦਿਖਲਾ ਜਾਵੇ, ਘੁੱਟ ਅੰਮ੍ਰਿਤ ਮੂੰਹ ਨੂੰ ਲਾ ਜਾਵੇ। ਅੰਮ੍ਰਿਤ ਦਸ਼ਮੇਸ਼ ਗੁਰੂ ਦੀ ਬਖਸ਼ਿਸ਼ ਹੈ, ਅੰਮ੍ਰਿਤ ਹੀ ਧਰਮ ਦਾ ਰਾਖਸ਼ਿਸ਼ ਹੈ। ਇਹ ਮੁਰਦਿਆਂ ਵਿੱਚ ਜਿੰਦ ਪਾ ਜਾਵੇ ਤੇ ਦੁਸ਼ਮਣ ਦੇ ਛੱਕੇ ਛੁਡਾ ਜਾਵੇ। ਅੰਮ੍ਰਿਤ ਛਕ ਕੇ ਗਿੱਦੜ ਸ਼ੇਰ ਬਣੇ, ਦੁਸ਼ਮਣ ਦੇ ਸਾਵੇ ਸੁਮੇਰ ਬਣੇ। ਪਾਪੀ ਦੁਸ਼ਮਣ ਲਈ ਹਨੇਰ ਬਣੇ, ਸਿੰਘ ਸਰਹੰਦਾਂ ਉੱਤੇ ਛਾ ਜਾਵੇ। ਕਹਿੰਦੇ ਹਨ ਜਿਨ੍ਹਾਂ ਅੰਮ੍ਰਿਤ ਛਕਿਆ ਦੱਸਦੇ ਨੇ, ਜਿਨ੍ਹਾਂ ਅੰਮ੍ਰਿਤ ਛਕਿਆ ਦੱਸਦੇ ਨੇ, ਚੜਖੜੀ ਉੱਤੇ ਹੱਸਦੇ ਨੇ। ਜੋਧੇ ਜਾਨ ਤਲੀ ਤੇ ਰੱਖਦੇ ਨੇ, ਉਹ ਸਿਰਾਂ ਤੋਂ ਖੋਪੜ ਲਾਉਂਦੇ ਨੇ। ਇਸ ਦੇ ਨਾਲ ਕਹਿੰਦੇ ਹਨ ਕਿ ਜਦੋਂ ਅੰਮ੍ਰਿਤ ਮੂੰਹ ਨੂੰ ਲਾਇਆ ਹੈ, ਜਦੋਂ ਅੰਮ੍ਰਿਤ ਮੂੰਹ ਨੂੰ ਲਾਇਆ ਹੈ, ਮੁੜ ਕੇ ਇਤਿਹਾਸ ਦੁਹਰਾਇਆ ਹੈ, ਮੁੜ ਕੇ ਇਤਿਹਾਸ ਦੁਹਰਾਇਆ ਹੈ। ਝੰਡਾ ਕੇਸਰੀ ਜਗ ਲਹਿਰਾਇਆ ਹੈ। ਮੁੜ ਆਈ ਅੱਜ ਵਿਸਾਖੀ ਹੈ, ਮੁੜ ਆਈ ਅੱਜ ਵਿਸਾਖੀ ਹੈ। ਗੁਰਾਂ ਮੁਖ ਤੋਂ ਇਹ ਗੱਲ ਆਖੀ ਹੈ, ਜਿਹੜਾ
ਦਰਸ਼ਨ ਦਾ ਅਭਿਲਾਸ਼ੀ ਹੈ, ਉਹ ਸਾਨੂੰ ਮੁਖ ਦਿਖਲਾ ਜਾਵੇ, ਘੁੱਟ ਅੰਮ੍ਰਿਤ ਮੂੰਹ ਨੂੰ ਲਾ ਜਾਵੇ, ਘੁੱਟ ਅੰਮ੍ਰਿਤ ਮੂੰਹ ਨੂੰ ਲਾ ਜਾਵੇ। ਨਾਲ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हूँ करो निवास, खालसा मेरो मुख है अंगा, ਖਾਲਸੇ ਕੇ ਹੋਂ ਸਦ ਸਦ ਸੰਗਾ। ਇਹ ਗੁਰੂ ਦੀ ਆਵਾਜ਼ ਹੈ ਕਿ ਗੁਰੂ ਕਹਿੰਦੇ ਹਨ ਕਿ ਜੇ ਗੁਰੂ ਨੂੰ ਤੁਸੀਂ ਪਾਉਣਾ ਹੈ, ਖਾਲਸੇ ਦੇ ਰੂਪ ਵਿੱਚ ਗੁਰੂ ਆਪ ਵਸਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਹਨ ਕਿ ਬਾਣੀ ਅਤੇ ਬਾਣੇ ਦੇ ਧਾਰਨੀ ਬਣ ਕੇ ਅੰਦਰੋਂ ਬਾਹਰੋਂ ਗੁਰੂ ਨੂੰ ਮੰਨ ਕੇ ਗੁਰੂ ਦੀ ਬਾਣੀ ਨਾਲ ਪਿਆਰ ਕਰਕੇ ਤਾਂ ਹੀ ਅਸੀਂ ਸਿੱਖ ਬਣ ਸਕਦੇ ਹਾਂ। ਸਿੱਖ ਇਹ ਹੈ ਕਿ ਇਹ ਨਹੀਂ ਕਿ ਪਹਿਰਾ ਪਾ ਲਿਆ ਤਾਂ ਸਿੱਖ ਬਣ ਕੇ ਨਹੀਂ। ਗੁਰੂ ਦਾ ਜਿਹੜਾ ਉਪਦੇਸ਼ ਹੈ, ਅੰਮ੍ਰਿਤ ਦੇ ਧਾਰੀ, ਬਾਣੀ ਦੇ ਧਾਰੀ ਵੀ ਬਣਨਾ ਪੈਂਦਾ ਹੈ, ਬਾਣੀ ਵੀ ਨਾਲ ਪੜ੍ਹਨੀ ਪੈਂਦੀ ਹੈ। ਗੁਰੂ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਦਿੱਤੇ ਜੋ ਇਹ ਸਾਨੂੰ ਉਪਦੇਸ਼ ਹਨ, ਉਹਨਾਂ ਤੇ ਚੱਲ ਕੇ ਸੱਚੇ ਪਾਤਸ਼ਾਹ ਦੱਸਦੇ ਹਨ, ਫੇਰ ਹੀ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में हो करो निवास, खालसा मेरो मुख है अंगा, ਖਾਲਸੇ ਕੇ ਹੋ ਸਦ ਸਦ ਸੰਗਾ। ਬਸ ਇਹ ਗੁਰੂ ਦੀਆਂ ਖੁਸ਼ੀਆਂ। ਖਾਲਸੇ ਨੂੰ ਦੇਖ ਕੇ ਗੁਰੂ ਗਦ ਗਦ ਹੋ ਜਾਂਦੇ ਹਨ, ਕਹਿੰਦੇ ਹਨ ਕਿ ਚਾਰ ਮੋਏ ਤੋਂ ਕਿਆ ਹੁਆ ਜੀਵਤ ਕੇ ਹਜ਼ਾਰ। ਗੁਰੂ ਨੇ ਸਾਨੂੰ ਸਭ ਕੁਝ ਵਾਰ ਕੇ ਵੀ ਸਰਬੰਸ ਵਾਰ ਕੇ ਸਾਨੂੰ ਇਹ ਸਿੱਖੀ ਸਰਦਾਰੀ ਬਖਸ਼ੀ ਹੈ, ਤਾਂ ਕਿ ਇਹ ਜਿਹੜੀ ਗੁਰੂ ਦੀ ਸਰਦਾਰੀ, ਅਸੀਂ ਗੁਰੂ ਸਾਡਾ ਪਿਤਾ, ਉਹਦੇ ਅਸੀਂ ਬੱਚੇ ਬਾਲਕ ਸੱਚੇ ਪਾਤਸ਼ਾਹ ਦੇ, ਕਿ ਸਾਡੇ ਤੇ ਮਿਹਰ ਭਰੇ ਹੱਥ ਰੱਖਣ ਗੁਰੂ, ਸਾਨੂੰ ਆਪਣੀ ਸਿੱਖੀ, ਸਾਨੂੰ ਸੀਸ ਸਾਡੇ ਤੇ ਹੱਥ ਰੱਖਣ, ਸਾਨੂੰ ਅੰਤ ਸਵਾਸਾਂ ਤੱਕ ਸਾਡੀ ਨਿਭ ਜਾਵੇ, ਗੁਰੂ ਨਾਲ ਨਿਭ ਜਾਵੇ। ਹੋਰ ਅਸੀਂ ਕੁਛ ਨਹੀਂ ਮੰਗਦੇ ਸੱਚੇ ਪਾਤਸ਼ਾਹ ਤੋਂ ਕਿ ਇਹ ਵਿਸਾਖੀਆਂ ਮਨਾਉਣ ਦਾ ਫਲ ਕੀ ਹੈ। ਵਿਸਾਖੀ ਸਾਡੇ ਵਾਸਤੇ, ਵਿਸਾਖੀ ਰੋਜ਼ ਹੈ। ਜੇ ਗੁਰੂ ਨੂੰ ਮੰਨੋ ਤਾਂ ਵਿਸਾਖੀ ਰੋਜ਼ ਹੈ। ਇਹ ਨਹੀਂ ਕਿ ਸਾਲ ਬਾਅਦ ਵਿਸਾਖੀ ਆਈ ਤਾਂ ਗੁਰੂ ਨੂੰ ਯਾਦ ਕਰ ਲਿਆ, ਨਹੀਂ, ਗੁਰੂ ਵਿਸਾਖ ਰੋਜ਼ ਹੈ ਸਾਡੇ ਵਾਸਤੇ। ਸੋ ਗੁਰੂ ਨੇ ਸੱਚੇ ਪਾਤਸ਼ਾਹ ਮਿਹਰ ਕਰਕੇ ਸਾਡੇ ਸਾਰਿਆਂ ਤੇ ਵਿਸਾਖੀ ਦਾ, ਗੁਰੂ ਦਾ ਜਿਹੜਾ ਉਪਦੇਸ਼ ਹੈ ਸਾਡੇ ਮਨਾਂ ਵਿੱਚ ਵਸ ਜਾਵੇ। ਇਹੀ ਸਾਡੇ ਵਾਸਤੇ ਉਪਦੇਸ਼ ਹੈ ਕਿ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਸਾਡੇ ਤੋਂ ਕਾਫੀ ਬੋਲਦਿਆਂ ਤੋਂ ਭੁੱਲ ਚੁੱਕ ਹੋ ਜਾਂਦੀ ਹੈ। ਗੁਰੂ ਭੁੱਲ ਕਰਤਾਰ ਹੈ ਸੱਚੇ ਪਾਤਸ਼ਾਹ, ਸਾਨੂੰ ਬਖਸ਼ਿਸ਼ ਕਰਨ ਕਿ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਸਕੀਏ। ਸੋ ਆਓ ਇਹ ਵਿਸਾਖੀ ਦੀਆਂ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਭਾਜੀ ਵੱਲੋਂ ਵੀ ਤੁਸੀਂ ਵੀ ਦੇ ਦਿਓ ਭਾਜੀ ਵਧਾਈਆਂ, ਦਿਓ ਜੀ। ਲਓ ਜੀ, ਸਾਡਾ ਟਾਈਮ 3 ਮਿੰਟ ਬਾਕੀ ਆ, ਔਰ ਬਾਕੀ 3 ਮਿੰਟਾਂ ਦੇ ਵਿੱਚ ਮੈਂ ਸਿਰਫ 2-3 ਗੱਲਾਂ ਕਰਨੀਆਂ। 2 ਮਿੰਟਾਂ ਦੇ ਵਿੱਚ, ਆਖਰੀ ਮਿੰਟ ਵਿੱਚ ਮੈਂ ਤੁਹਾਨੂੰ ਫਤਿਹ ਬੁਲਾ ਦੇਣੀ ਆ। ਇਹ ਲਾਈਨਾਂ ਉਹਨਾਂ ਵਾਸਤੇ ਆ ਜਿਹੜੇ ਗੈਰ ਸਿੱਖਿਆ ਦੂਸਰੇ ਧਰਮਾਂ ਦੇ ਲੋਕ ਸਿੱਖ ਚੈਨਲ ਦੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ। ਦੂਰ ਪਾਰ ਸਾਰੀ ਦੁਨੀਆ ਵਿੱਚ ਵੀ ਬਹੁਤ ਹੋਣਗੇ, ਲੇਕਿਨ ਬ੍ਰੈਡਫੋਰਡ ਵਿੱਚ 2.5 ਲੱਖ ਲੋਕ, ਪਾਕਿਸਤਾਨੀ ਲੋਕ ਸਿੱਖ ਚੈਨਲ ਨੂੰ ਜ਼ਰੂਰ ਦੇਖਦੇ ਆ। ਇਹ ਮੇਰਾ ਪੱਕਾ ਯਕੀਨ ਆ, ਮੈਂ ਇਸ ਚੀਜ਼ ਦਾ ਦਾਅਵਾ ਕਰਦਾ। ਉਹਨਾਂ ਵਾਸਤੇ 2-4 ਲਾਈਨਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਚਨ ਔਰ ਪਰਮਾਤਮਾ ਦੀ ਸਿਫਤ। ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਔ ਰਾਜ਼ਿਕ ਰਹਾ ਕੁਨ ਰहीम। गुरु गोबिंद सिंह जी महाराज कहते, या मालिक तू रब्बी ताकतों का शिखर, हमेशा रहने वाला और मेहरबान है। तू खुशियां बख्शने वाला, रिस्क देने वाला, खलासी करने वाला और रहम करने वाला है। हमा बख्श बख्शिंद ओ दस्तगीर, खता बख्श रोजी देहो दिल पजीर। या रब तू शरण में आए की लाज रखने वाला, बख्शने वाला और मुश्किल में हाथ पकड़ने वाला है। तू गलतियां माफ करने वाला, रोटी रोजी देने वाला और बेहद खूबसूरत है। शहनशाही खूबी दे रहनमो, बेगू बेचू बेनमो। तू नेकियां देने वाला शहनशाह, रास्ता दिखाने वाला है। तू बेरंग बेरूप और बेमिसाल है। ਸਮਾਂ ਸੰਪੂਰਨ ਹੈ ਜੀ। ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਅਤੇ ਕਰੋੜ ਕਰੋੜ ਮੁਬਾਰਕਾਂ। ਪ੍ਰੋਗਰਾਮ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਮਾਫੀ ਦੇਣੀ। ਆਪ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਬੀਬੀ ਸੁਰਿੰਦਰ ਕੌਰ ਜੀ ਗਿੱਲ ਹੋਰਾਂ ਦਾ, ਧੰਨਵਾਦ ਸੁਣਵੀਰ ਸਰਦਾਰ ਤਲਵਿੰਦਰ ਸਿੰਘ ਜੀ ਲਾਲੀ ਸਾਹਿਬ ਦਾ, ਜੋ ਹਮੇਸ਼ਾ ਕੈਮਰੇ ਤੇ ਸੇਵਾ ਨਿਭਾਉਂਦੇ ਹਨ। ਆਓ ਜੀ ਫਿਰ ਅਗਲੇ ਹਫਤੇ
ਰੱਬ ਕਰੇ ਫੇਰ ਮੁਲਾਕਾਤ ਰਹੇਗੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।